ਵੌਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਦੋਸਤ ਤੇ ਹੋਸਟ ਐਮਪੀ ਸਿੰਘ, ਔਰ ਮੇਰੇ ਨਾਲ ਅੱਜ ਇੱਕ ਵਿਸ਼ੇਸ਼ ਸਬਜੈਕਟ ਦੇ ਉੱਤੇ ਗੱਲਬਾਤ ਕਰਨ ਵਾਸਤੇ ਸਟੂਡੀਓ 'ਚ ਹਾਜ਼ਰ ਨੇ ਲਖਵਿੰਦਰ ਕੌਸ਼ਕ ਜੀ। ਸਤਿ ਸ਼੍ਰੀ ਅਕਾਲ ਕੌਸ਼ਕ ਸਾਹਿਬ। ਕੌਸ਼ਕ ਸਾਹਿਬ, ਜਦੋਂ ਅਸੀਂ ਕੈਨੇਡਾ ਵਿੱਚ ਬੈਠੇ ਹੁੰਦੇ ਹਾਂ ਤੇ ਸਾਨੂੰ ਪੁਰਾਣਾ ਤਜਰਬਾ ਜਿਹੜਾ ਬੈਕ ਹੋਮ ਦਾ ਜੀ ਉਹ ਬਹੁਤ ਚਿੰਤਾ ਵਾਲਾ ਹੋਣ ਕਰਕੇ ਅਸੀਂ ਸੋਚਦੇ ਹਾਂ ਕਿ ਉਹਨਾਂ ਦੇ ਉੱਤੇ ਉਸ ਟੌਪਿਕ ਦੇ ਉੱਤੇ ਗੱਲਬਾਤ ਕੀਤੀ ਜਾਵੇ, ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਬਿਲਕੁਲ। ਛੋਟੇ ਛੋਟੇ ਮਸਲੇ ਕਈ ਵਾਰੀ ਹੁੰਦੇ ਆ ਪਰ ਬਹੁਤ ਵੱਡੇ ਹੋ ਗਏ ਹੁੰਦੇ ਜੀ ਬਿਲਕੁਲ। ਅੱਜ ਜੋ ਹਾਲਾਤ ਬਣਦੇ ਜਾਂਦੇ ਆ ਉਹ ਇਹ ਹੈ ਕਿ ਅਵੇਅਰਨੈਸ ਨਹੀਂ ਹੈ। ਜੀ ਬਿਲਕੁਲ। ਠੀਕ ਹੈ ਜੀ, ਲੋਕਾਂ ਦੇ ਮਸਲੇ ਹੈਗੇ ਆ ਪਰ ਉਹਦੇ ਵਾਸਤੇ ਅਵੇਅਰਨੈਸ ਨਹੀਂ ਹੈ। ਪਬਲਿਕ ਇਸ਼ੂਜ਼ ਬੜੇ ਆ, ਅਵੇਅਰਨੈਸ ਜਿਹੜੀ ਹੋਣੀ ਚਾਹੀਦੀ ਹੈ। ਜੇ ਅਵੇਅਰਨੈਸ ਨਹੀਂ ਹੈ, ਜਾਗਰਤੀ ਨਹੀਂ ਹੈ, ਲੋਕਾਂ ਨੂੰ ਪਤਾ ਨਹੀਂ ਹੈ ਤੇ ਇਹ ਮਸਲੇ ਜਿਹੜੇ ਆ ਉਹ ਹੋਰ ਵੱਡੇ ਹੁੰਦੇ ਜਾਂਦੇ ਆ ਤੇ ਫਿਰ ਉਹਨਾਂ ਦਾ ਹੱਲ ਵੀ ਨਹੀਂ ਹੁੰਦਾ। ਤੁਸੀਂ ਛੋਟੀਆਂ ਛੋਟੀਆਂ ਗੱਲਾਂ ਆਮ ਤੌਰ ਤੇ ਮਸ਼ਹੂਰ ਹੈ ਕਿ ਜੇ ਕਿਸੇ ਦਾ ਕੋਈ ਲੜਾਈ ਝਗੜਾ ਅਦਾਲਤ ਤੱਕ ਪਹੁੰਚ ਗਿਆ ਤੇ ਅਦਾਲਤ ਵਿੱਚ ਕਹਿੰਦੇ ਜੀ ਜੁੱਤੀਆਂ ਘਸ ਜਾਂਦੀਆਂ। ਜੀ ਬਿਲਕੁਲ। ਤਰੀਕ ਤੋਂ ਤਰੀਕ ਪਈ ਜਾਣੀ ਹੈ। ਬਿਲਕੁਲ ਜੀ ਬਿਲਕੁਲ। ਮੁੜ ਕੇ ਕਈ ਵਾਰੀ ਚੇਤਾ ਹੋ ਜਾਂਦਾ ਵੀ ਲੜਾਈ ਹੈ ਕਾਹਦੀ ਸੀ। ਜੀ ਬਿਲਕੁਲ। ਠੀਕ ਹੈ ਜੀ। ਜਾਂ ਜਿਹੜੇ ਕੁਝ ਲੋਕ ਫਿਰ ਨਿਰਾਸ਼ ਹੋ ਜਾਂਦੇ ਵੀ ਛੱਡੋ ਖੜਾ, ਇੱਥੇ ਕਿਹੜਾ ਇਨਸਾਫ, ਇਨਸਾਫ ਮਿਲਣ ਦੀ ਉਮੀਦ ਹੀ ਖਤਮ ਹੋ ਜਾਂਦੀ। ਇਹੋ ਜਿਹੇ ਬੜੇ ਹੋਰ ਮਸਲੇ ਆ ਜੀ ਜਿਨ੍ਹਾਂ ਬਾਰੇ ਸਾਡੀ ਚਿੰਤਾ ਜਿਹੜੀ ਆ ਉਹ ਲਗਾਤਾਰ ਰਹਿੰਦੀ ਹੈਗੀ। ਜੀ ਬਿਲਕੁਲ। ਠੀਕ ਹੈ ਜੀ। ਹੁਣ ਤੁਸੀਂ ਇਸ ਤੋਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਕਰ ਰਹੇ ਸੀ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਡਿਪਾਰਟਮੈਂਟ ਹੈਗੇ ਆ। ਕਿੰਨੇ 50 ਤੁਸੀਂ ਦੱਸੋ ਸੀ? ਅਪਰੋਕਸੀਮੇਟਲੀ 49 ਡਿਪਾਰਟਮੈਂਟ ਨੇ ਜੀ ਜਿਹੜੇ ਡਾਇਰੈਕਟ ਹੈਗੇ ਨੇ, ਬਟ ਉਸ ਤੋਂ ਬਾਅਦ ਜਿਹੜੇ ਕੋਆਪਰੇਟਿਵ ਨੇ ਉਹ ਜਿਹੜੇ ਵੱਖਰੇ ਨੇ ਜੀ। ਇਸ ਸਬਜੈਕਟ ਦੀ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਜਿਹੜੀ ਉਹ ਇਹ ਹੈ ਕਿ ਜਿਹੜੇ ਹਰ ਲੈਵਲ ਤੇ ਪੋਸਟਾਂ ਹੈਗੀਆਂ, ਯਾਨੀ ਚੰਡੀਗੜ੍ਹ ਬੈਠੇ ਜਿਹੜੇ ਅਫਸਰ ਆ ਉਹਨਾਂ ਅਫਸਰਾਂ ਦੇ ਕੋਲ ਪੂਰਾ ਇਨਫਰਾਸਟ੍ਰਕਚਰ ਹੈ ਜੀ, ਸਹੂਲਤਾਂ ਪੂਰੀਆਂ ਨੇ, ਮੁਲਾਜ਼ਮ ਪੂਰੇ ਨੇ, EMPLOYEE ਉਹਨਾਂ ਕੋਲ ਪੂਰੇ ਨੇ ਜਾਂ ਉਹਨਾਂ ਦੇ ਸਹਾਇਕ ਨੇ। ਸਭ ਤੋਂ ਵੱਧ ਇੱਕ ਆਫਿਸਰ ਕੋਲ ਜੀ 2-2 3-3 ਸਹਾਇਕ, PA ਸਭ ਕੁਝ ਹੈਗਾ ਜੀ। ਪਰ ਜਿਹੜੇ ਥੱਲੇ ਆ ਅਫਸਰ ਕੰਮ ਕਰਨ ਵਾਲੇ ਜਾਂ ਜਿਨ੍ਹਾਂ ਦਾ ਸਿੱਧਾ ਵਾਹ ਲੋਕਾਂ ਨਾਲ, ਲੋਕਾਂ ਨੂੰ ਸਹੂਲਤਾਂ ਹੈ ਹੀ ਨਹੀਂ। ਦੇਖੋ ਆਫਿਸਰ ਰੈਂਕ ਦੇ ਵਿੱਚ ਹਰ ਇੱਕ ਡਿਪਾਰਟਮੈਂਟ 'ਚ ਆਫਿਸਰ ਹੈਗਾ ਜੀ, ਨੋ ਡਾਊਟ। ਮਤਲਬ ਆਫਿਸਰਾਂ ਦੀ ਕੋਈ ਘਾਟ ਨਹੀਂ ਹੈਗੀ ਜੀ, ਹਰ ਇੱਕ ਡਿਪਾਰਟਮੈਂਟ 'ਚ ਆਫਿਸਰ ਹੈਗੇ ਨੇ। ਬਟ ਜਿਹੜੇ ਡਿਪਾਰਟਮੈਂਟ ਆਲਮੋਸਟ ਸਾਰੇ ਹੀ ਨੇ ਜੀ ਜਿੱਥੇ ਡਾਇਰੈਕਟ ਪਬਲਿਕ ਡੀਲਿੰਗ ਹੈਗੀ ਆ ਉਹ ਬੰਦੇ ਨਹੀਂ ਹੈਗੇ, ਜਿੱਥੇ ਡਾਇਰੈਕਟ ਪਬਲਿਕ ਨੂੰ ਸਹੂਲਤ, ਜਿੱਥੇ ਸਿੱਧਾ ਲੋਕਾਂ ਦਾ ਪੈਣਾ ਜੀ। ਕਿਉਂਕਿ ਉਹ ਕਹਿੰਦੇ ਲੋਕਾਂ ਨੂੰ ਸਹੂਲਤਾਂ ਨਾ ਮਿਲਦੇ, ਸਾਨੂੰ ਜੋ ਮਰਜ਼ੀ ਮਿਲਣ, ਕਿਉਂਕਿ ਉਹ ਆਪਣੇ ਦਿੱਤੇ ਹੋਏ ਟੈਕਸਾਂ ਦੇ ਵਿੱਚੋਂ ਆਨੰਦ ਮਾਣ ਰਹੇ ਨੇ। ਲੋਕ ਪਰੇਸ਼ਾਨ ਹੋ, ਉਹ ਤਾਂ ਪੀਏ ਅੱਗੇ 2 ਹੋਣਗੇ ਤਾਂ ਕਹਿੰਦੇ ਇੱਕ ਹੋਰ ਚਾਹੀਦਾ। ਜੀ ਬਿਲਕੁਲ। ਜੇ ਉਹਨਾਂ ਕੋਲ ਰੂਮ ਅੱਗੇ ਇੱਕ ਆ ਤਾਂ ਕਹਿੰਦੇ ਨਹੀਂ ਜੀ 2 ਰੂਮ ਹੋਰ ਚਾਹੀਦੇ। ਮੈਂ ਪ੍ਰਾਈਵੇਟਲੀ ਵੀ ਤਾਂ ਗੱਲ ਕਰਨੀ ਹੁੰਦੀ ਹੈ। ਕਾਰ ਅੱਗੇ ਇੱਕ ਹੈਗੀ ਆ ਤਾਂ ਕਹਿੰਦੇ ਦੂਜੀ ਵੀ ਚਾਹੀਦੀ ਹੈਗੀ ਹੈ। ਜੀ ਬਿਲਕੁਲ। SDO ਲੈਵਲ ਤੋਂ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਆਲਮੋਸਟ SDO ਹੁੰਦੇ ਨੇ। SDO ਐਕਸੀਅਨ ਲੈਵਲ ਤੋਂ ਉਹਨਾਂ ਨੂੰ ਘਰ ਦੀਆਂ ਸਹੂਲਤਾਂ ਵੀ ਗਵਰਨਮੈਂਟ ਵੱਲੋਂ ਪ੍ਰੋਵਾਈਡ ਹੁੰਦੀਆਂ ਨੇ। ਮੋਸਟਲੀ ਤੁਸੀਂ ਚਾਹੇ ਵੀਡੀਓ ਬਲੌਗ 'ਚ ਚਲੇ ਜਾਓ, ਚਾਹੇ PWD ਦੇ ਵਿੱਚ ਚਲੇ ਜਾਓ, ਚਾਹੇ ਤੁਸੀਂ ਆਪਣੇ ਜਿਹੜੇ ਹੋਰ ਵੱਖਰੇ ਵੱਖਰੇ ਡਿਪਾਰਟਮੈਂਟਸ ਨੇ ਕਿਸੇ ਦੇ ਵਿੱਚ ਵੀ ਚਲੇ ਜਾਓ, ਵਣ ਵਿਭਾਗ ਚਲੇ ਜਾਓ, ਨਹਿਰੀ ਵਿਭਾਗ ਚਲੇ ਜਾਓ, ਹਰ ਇੱਕ ਡਿਪਾਰਟਮੈਂਟ ਦੇ ਵਿੱਚ SDO ਐਕਸੀਅਨ ਲੈਵਲ ਨੂੰ ਕੋਠੀ ਤੱਕ ਦੀਆਂ ਸਹੂਲਤਾਂ ਨੇ ਜਿਹੜੀਆਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੀਆਂ। ਗੱਲ ਕੌਸ਼ਿਕ ਸਾਹਿਬ ਇਹ ਹੈ ਜੀ ਕਿ ਅਸਲ ਵਿੱਚ 1947 ਤੋਂ ਪਹਿਲਾਂ ਜਦੋਂ ਗੋਰਿਆਂ ਦਾ ਰਾਜ ਸੀ ਇੰਡੀਆ ਦੇ ਉੱਤੇ ਤਾਂ ਉਹਨਾਂ ਦਾ ਸਟਰਕਚਰ ਇਹ ਸੀਗਾ ਕਿ ਅਫਸਰ ਜਿਹੜੇ ਸੀਗੇ ਉਹ ਇਸ ਤਰੀਕੇ ਨਾਲ ਕੰਮ ਕਰਦੇ ਸੀ ਕਿ ਅਸੀਂ ਤਾਂ ਅਫਸਰ ਹਾਂ, ਕੰਮ ਸਾਡੇ ਘਰ ਦੇ ਕੱਪੜੇ ਵੀ ਜਿਹੜੇ ਨੌਕਰਾਂ ਨੇ ਧੋਣੇ ਆ, ਜੁੱਤੀ ਵੀ ਉਹਨਾਂ ਨੇ ਪਾਲਿਸ਼ ਕਰਨੀ ਆ ਤੇ ਕਿਚਨ ਦੇ ਭਾਂਡੇ ਵੀ ਉਹਨਾਂ ਨੇ। ਉਹ ਤਾਂ ਮਤਲਬ ਮੈਨੂੰ ਲੱਗਦਾ ਨਹੀਂ ਸੀ ਕਿ ਰੋਟੀ ਵੀ ਆਪ ਪਕਾਉਂਦੇ ਹੋਣਗੇ। ਨਹੀਂ ਜੀ, ਉਹ ਕੁਛ ਨਹੀਂ। ਹੁਣ ਤੁਸੀਂ ਆਪਣਾ ਇੱਕ ਆਮ ਤੌਰ ਦੇ ਉੱਤੇ ਹਰ ਇੱਕ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਇੱਕ ਤਹਿਸੀਲ ਬਣੀ ਹੁੰਦੀ ਹੈ, ਤਹਿਸੀਲ ਦੇ ਵਿੱਚ ਤੁਸੀਂ ਦੇਖ ਲਓ ਇੱਕ ਸਬ ਡਿਵੀਜ਼ਨ ਦੇ ਵਿੱਚ ਇੱਕ SDM ਦੀ ਪੋਸਟ ਹੁੰਦੀ ਆ। SDM ਦੇ ਘਰ ਦੇ ਵਿੱਚ 2-3 ਨੌਕਰ ਚਾਕਰ ਜੀ, 1-2 PA, ਇੱਕ ਘਰੇ ਬੱਚਨ ਕੋਈ ਛੱਡਣ ਵਾਲਾ, ਲਿਆਉਣ ਵਾਲਾ ਡਰਾਈਵਰ ਹੋਇਆ, 2 ਗੇਟਮੈਨ। ਮਤਲਬ ਕਿੰਨਾ ਜਿਹੜਾ ਖਰਚਾ ਜੀ ਉਹ ਬੇਤੁਕਾ ਇਹਨਾਂ ਲੋਕਾਂ ਦੇ ਉੱਤੇ ਖਰਚਾ ਜਾ ਰਿਹਾ, ਆਫਿਸਰ ਰੈਂਕ ਦੇ ਉੱਤੇ ਖਰਚਾ ਜਾ ਰਿਹਾ। ਉਹਨਾਂ ਨੂੰ ਫੈਸਿਲਿਟੀਆਂ ਪੂਰੀਆਂ ਮਿਲਦੀਆਂ ਨੇ। ਜਦੋਂ ਕੋਈ ਕੰਮ ਹੁੰਦਾ ਲੋਕਾਂ ਨੂੰ 100 ਵਜੇ ਘਰੇ ਬੈਠੇ ਨੇ ਜੀ, 100 ਵਜੇ ਆਏ ਨਹੀਂ ਹੈਗੇ, 100 ਵਜੇ ਮੀਟਿੰਗ 'ਚ ਨੇ, ਜੋ ਪਬਲਿਕ ਉੱਥੇ ਖੜੀ ਵੇਟ। ਉਹੀ ਗੱਲ ਜਿਹੜੀ ਤੁਸੀਂ ਕੀਤੀ ਨੇ, ਜਿਹੜੇ ਮੁਲਾਜ਼ਮਾਂ ਨੇ ਕੰਮ ਕਰਨਾ ਸੀ ਦਫ਼ਤਰ 'ਚ ਬੈਠ ਕੇ, ਉਹਨਾਂ ਨੂੰ ਤੁਸੀਂ ਘਰ ਦੇ ਕੰਮਾਂ ਤੇ ਲਾਇਆ, ਬਿਲਕੁਲ ਨਿੱਜੀ ਕੰਮਾਂ ਤੇ ਲਾਇਆ। ਠੀਕ ਹੈ ਜੀ। ਉਹ ਤੁਹਾਡੇ ਬੱਚਿਆਂ ਨੂੰ ਸਕੂਲ ਵੀ ਛੱਡ ਕੇ ਆਉਂਦੇ ਆ, ਤੁਹਾਡੇ ਵਾਸਤੇ ਸਬਜ਼ੀ ਭਾਜੀ ਵੀ ਖਰੀਦ ਕੇ ਲਿਆਉਂਦੇ ਆ, ਤੁਹਾਡੇ ਹੋਰ ਵੀ ਜਿਹੜੇ ਕੰਮ ਆ ਉਹ ਕੰਮ ਨਹੀਂ, ਗੁਲਾਮ ਮੈਂ ਕਹਿ ਸਕਦਾ, ਗੁਲਾਮੀ ਕਰਨ ਵਾਲੀ ਗੱਲ ਆ ਉਹ ਕਰਦੇ ਆ। ਇਹ ਸਾਰਾ ਕਲਚਰ ਅਸਲ 'ਚ ਪੁਰਾਣਾ ਹੀ ਚੱਲਿਆ ਆ ਰਿਹਾ ਜੀ। ਬਿਲਕੁਲ। ਇਹ 'ਚ ਤਬਦੀਲੀ ਆਈ ਨਹੀਂ ਜੀ, ਆਈ ਬਿਲਕੁਲ। ਮੈਂ ਜਿਵੇਂ ਹੁਣ ਮੈਂ ਮਤਲਬ ਆਪ ਬਹੁਤ ਵਾਰੀ ਦੇਖਿਆ ਜੀ, SDM ਲੈਵਲ ਦੇ ਦੱਸ ਰਿਹਾ, ਜਿਹੜੇ SDM ਲੈਵਲ ਦੇ ਬੰਦੇ ਮੁਲਾਜ਼ਮ ਉਹਦੇ ਘਰੇ ਕੰਮ ਕਰ ਰਹੇ ਹੁੰਦੇ ਨੇ,
ਉਹਨਾਂ ਦੀ ਜਿਹੜੀ ਸੈਲਰੀ ਆ ਜੋ ਮਿਊਨਿਸਪਲ ਕਮੇਟੀ 'ਚ ਪੈ ਰਹੀ ਹੁੰਦੀ ਆ, ਉਹਨੇ ਜੌਬਸ ਐਕਚੁਅਲ 'ਚ ਮਿਊਨਿਸਪਲ ਕਮੇਟੀ ਦੇ ਵਿੱਚ ਹੁੰਦੀ ਆ, ਜਦ ਕਿ ਉਹ ਕੰਮ ਆ ਜਿਹੜਾ ਕੰਮ ਨੂੰ ਉੱਥੇ ਲਾਇਆ ਹੁੰਦਾ, ਕੰਮ ਨੂੰ ਉੱਥੇ ਲਾਇਆ ਹੁੰਦਾ। ਇਸ ਤਰ੍ਹਾਂ ਵੱਖਰੇ ਵੱਖਰੇ ਡਿਪਾਰਟਮੈਂਟਾਂ ਦੇ ਵਿੱਚ ਕਾਫੀ ਹੈ। ਜਿਹੜਾ ਐਸਡੀਐਮ ਦੀ ਤੁਸੀਂ ਗੱਲ ਕੀਤੀ ਆ, ਉਹ ਇੱਕ ਉਦਾਹਰਨ ਆ ਜੀ, ਬੜੀਆਂ ਹੋਰ ਉਦਾਹਰਨ ਹਾਂਜੀ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ। ਠੀਕ ਹੈ ਜੀ, ਹਰ ਇੱਕ ਮਹਿਕਮੇ ਦੇ ਵਿੱਚ ਜਿਹੜਾ ਬੰਦਾ ਇੱਕ ਵਾਰੀ ਆਫੀਸਰ ਰੈਂਕ ਤੇ ਪਹੁੰਚ ਗਿਆ ਨਾ ਜੀ, ਉਹ ਸਮਝਦਾ ਕਿ ਹੁਣ ਮੇਰੇ ਆਲੇ ਦੁਆਲੇ ਨੌਕਰ ਚਾਕਰਾਂ ਦੀ ਜਿਹੜੀ ਆ ਉਹ ਪੂਰੀ ਭੀੜ ਚਾਹੀਦੀ ਆ ਜੀ, ਬਿਲਕੁਲ ਠੀਕ ਹੈ ਜੀ, ਤੇ ਮੈਨੂੰ ਕੋਈ ਵੀ ਦਿੱਕਤ ਨਹੀਂ ਆਉਣੀ ਚਾਹੀਦੀ। ਲੋਕਾਂ ਨੂੰ ਕੀ ਦਿੱਕਤਾਂ ਆ ਰਹੀਆਂ ਵਾ ਇਹਦੇ ਵਾਸਤੇ ਨਾ ਤਾਂ ਉਹਨੇ ਕਦੀ ਪਰਵਾਹ ਕੀਤੀ ਤੇ ਨਾ ਉਹਦੇ ਅਮਲੇ ਫੈਲੇ ਨੇ ਕੀਤੀ ਪਰਵਾਹ। ਅਮਲਾ ਫੈਲਾ ਆਫਿਸ ਵਿੱਚ ਜਾਂਦਾ ਹੀ ਨਹੀਂ, ਉੱਥੇ ਜਾ ਕੇ ਬੈਠਦਾ ਹੀ ਨਹੀਂ, ਤੇ ਉਹਨੂੰ ਲੋਕਾਂ ਦੀ ਚਿੰਤਾ ਕੀ ਹੋ ਸਕਦੀ ਜੀ। ਬਿਲਕੁਲ, ਕੁਝ ਬੰਦਿਆਂ ਦੀ ਜਿਹੜੀਆਂ ਪੋਸਟਿੰਗ ਕਲੈਰੀਕਲ ਜੌਬ ਤੇ ਵੀ ਹੁੰਦੇ ਨੇ, ਉਹ ਵੀ ਕਿਸੇ ਐਸਡੀਐਮ ਦੇ ਜਾਂ ਡੀਸੀ ਦੇ ਘਰਾਂ ਦੇ ਵਿੱਚ ਕੰਮ ਕਰਦਾ, ਉਹਦੀ ਉਮਰ ਨਿਕਲ ਜਾਂਦੀ ਹੈਗੀ ਆ, ਤੇ ਜਿਹੜੀ ਸੀਟ ਲਈ ਉਹਦੀ ਜੌਬ ਹੁੰਦੀ ਆ ਉੱਥੇ ਪਬਲਿਕ ਆ ਜਿਹੜੀ ਉਹ ਮੁੜ ਜਾਏ। ਦੇਖੋ ਇਹ ਹੁਣ ਇਹ ਜਿਹੜੀ ਗੱਲ ਨਹੀਂ ਬੜੀ ਚਿੰਤਾ ਵਾਲੀ ਹੈ, ਤਾਂ ਹੀ ਅਸੀਂ ਗੱਲ ਕਰ ਰਹੇ ਹਾਂ। ਦੂਜੇ ਪਾਸੇ ਤੁਸੀਂ ਦੇਖੋ ਜਦੋਂ ਉੱਪਰਲੇ ਲੈਵਲ ਤੇ ਇਸ ਤਰੀਕੇ ਦੀ ਕਰਪਸ਼ਨ ਹੈ, ਇਹ ਕਰਪਸ਼ਨ ਨਾ ਕਰਪਸ਼ਨ ਹੈ ਜੀ, ਬਹੁਤ ਵੱਡੀ ਕਰਪਸ਼ਨ ਆ ਕਿ ਲੋਕਾਂ ਦੇ ਟੈਕਸ ਦੇ ਉੱਤੇ ਇਹ ਲੋਕ ਅਯਾਸ਼ੀ ਕਰ, ਬਿਲਕੁਲ ਜੀ, ਪੂਰੀ ਅਯਾਸ਼ੀ ਕਰ ਰਹੇ ਹੈਗੇ। ਹੁਣ ਹੇਠਲੇ ਲੈਵਲ ਦੀ ਗੱਲ ਕਰੀਏ ਜੀ, ਪਿੰਡਾਂ ਦੇ ਵਿੱਚ ਤੁਹਾਨੂੰ ਪਟਵਾਰੀ ਨਹੀਂ ਮਿਲਣਗੇ। ਨਹੀਂ ਜੀ, ਪਟਵਾਰੀ 5-7 ਪਿੰਡਾਂ ਦੇ ਇੱਕ ਪਟਵਾਰੀ, 5-7 ਪਿੰਡਾਂ ਦੇ ਪਟਵਾਰੀ ਨੇ ਜੀ। ਉਸ ਤੋਂ ਇਲਾਵਾ ਕੋਆਪਰੇਟਿਵ ਸੁਸਾਇਟੀ ਨੇ ਜਿੱਥੇ ਕਿਸਾਨੀ ਦਾ ਸਿੱਧਾ ਵਾਹ ਹੈਗਾ ਜੀ, ਕਿਸਾਨਾਂ ਦਾ ਸਿੱਧਾ ਵਾਹ ਹੈਗਾ। ਕਈ ਪਿੰਡਾਂ ਦੇ ਵਿੱਚ ਸੁਸਾਇਟੀਆਂ ਦਾ ਜਿਹੜਾ ਅੱਜ ਕੱਲ ਮਿਆਰ ਗਿਰ ਗਿਆ ਜੀ, ਉਹਦੇ ਪਿੱਛੇ ਵੀ ਕਾਰਨ ਇਹੀ ਹੈ ਜੀ। 5-5 ਸੁਸਾਇਟੀਆਂ ਦਾ ਇੱਕ ਬੰਦੇ ਕੋਲੇ ਚਾਰਜ ਹੈ। ਜਦੋਂ ਇੱਕ ਸੈਕਟਰੀ ਨੂੰ 4-5 ਸੁਸਾਇਟੀਆਂ ਦਾ ਕੰਮ ਦੇਖਣਾ ਪਊਗਾ ਜੀ, ਤੇ ਉਹ ਫਿਰ ਕੀ ਕੰਮ ਕਰੂਗਾ, ਕੀ ਚੰਨ ਚਾੜੂਗਾ। ਠੀਕ ਹੈ ਜੀ, ਇਸੇ ਤਰੀਕੇ ਪਟਵਾਰੀ ਦੀ ਗੱਲ, ਪਟਵਾਰੀ ਹੈ ਜੀ, ਪੰਚਾਇਤ ਸਕੱਤਰ ਨੇ, ਪੰਚਾਇਤ ਸੈਕਟਰੀ ਜਿਹੜੇ ਉਹਨਾਂ ਨੂੰ ਵੀ 5-5 ਪੰਚਾਇਤਾਂ ਦਿੱਤੀਆਂ, 5-10 ਪਿੰਡ ਜੀ। ਉਹ ਬਲਕਿ ਤੁਸੀਂ ਕਿਸੇ ਪਿੰਡ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਜੀ, ਉਹਦਾ ਆਡਿਟ ਹੀ ਨਹੀਂ ਕਈ ਸਾਲ ਹੁੰਦਾ, ਬਲਕਿ ਵੀਡੀਓ ਜਦ ਕਿ ਉਹਦੀ ਆਫਟਰ 6 ਮੰਥ ਆ ਜਿਹੜੀ ਉਹ ਰਿਪੋਰਟ ਤਿਆਰ ਕਰਨੀ ਹੁੰਦੀ ਹੈ, ਪਿੰਡ ਦਾ ਆਡਿਟ ਕਰਨਾ ਹੁੰਦਾ ਜੀ, ਉਹਨੂੰ ਬਕਾਇਦਾ ਚੈੱਕ ਕਰਨਾ ਹੁੰਦਾ ਸਾਰਾ, ਉਹ ਕਿਤੇ ਕੁਝ ਨਹੀਂ ਹੁੰਦਾ। ਹੁਣ ਇਹ ਜਿਹੜੀ ਉੱਪਰਲੇ ਜੋ ਕੁਝ ਹੋ ਰਿਹਾ ਨਾ ਜੀ, ਉੱਪਰਲੇ ਲੈਵਲ ਤੇ ਜੋ ਯਾਸ਼ੀਆਂ ਹੋ ਰਹੀਆਂ, ਜੋ ਕਾਨੂੰਨਾਂ ਦੀਆਂ ਧੰਜੀਆਂ ਉਡਾਈਆਂ ਜਾ ਰਹੀਆਂ, ਜਿਸ ਤਰੀਕੇ ਦੀ ਲੋਕਾਂ ਦੇ ਟੈਕਸ ਮਨੀ ਦੀ ਲਾਪਰਵਾਹੀ ਦੇ ਨਾਲ ਖਰਚ ਕੀਤਾ ਜਾਂਦਾ, ਉਹਦਾ ਪ੍ਰਭਾਵ ਥੱਲੇ ਵੀ ਤਾਂ ਪੈਣਾ ਹੀ ਆ। ਹੁਣ ਬਹੁਤ ਸਾਰੇ ਪਿੰਡਾਂ ਵਿੱਚ ਇਹ ਸ਼ਿਕਾਇਤ ਹੁੰਦੀ ਲੋਕਾਂ ਨੂੰ, ਉਹ ਜੀ ਸਾਡੇ ਤਾਂ ਟੀਚਰ ਆਏ ਨਹੀਂ, ਟੀਚਰ ਨੇ ਅੱਗੋਂ ਟੀਚਰ ਰੱਖੇ ਹੋਏ, ਉਹ ਤਨਖਾਹ ਜਿਹੜੀ ਟੀਚਰ ਉਹ ਸਰਕਾਰ ਤੋਂ ਉਹਦੇ ਅਕਾਊਂਟ 'ਚ ਜਾਂਦੀ ਹੈ, ਉਹਨੇ ਅੱਗੋਂ ਸਸਤਾ ਟੀਚਰ ਰੱਖਿਆ ਹੈ, ਇਹਦੀ ਪਟਵਾਰੀਆਂ ਨੇ ਬੰਦੇ ਰੱਖੇ, ਪਟਵਾਰੀਆਂ ਨੇ ਰੱਖੇ ਹੋਏ ਨੇ। ਇਸ ਤਰ੍ਹਾਂ ਹੀ ਹੁਣ ਤੁਸੀਂ ਗੱਲ ਕਰਦੇ ਆ ਬਿਜਲੀ ਬੋਰਡ ਦੀ, ਦੇਖੋ ਪਬਲਿਕ ਨਾਲ 3-4 ਚੀਜ਼ਾਂ ਜਿਹੜੀਆਂ ਮੇਨ ਨੇ ਜੀ। ਬਿਜਲੀ ਬੋਰਡ ਦੇ ਵਿੱਚ ਇੱਕ ਗ੍ਰਿਡ ਹੁੰਦਾ ਜੀ, ਇੱਕ ਗ੍ਰਿਡ ਦੇ ਵਿੱਚ ਘੱਟੋ ਘੱਟ 6 ਜਾਂ 8 ਜੇਈ ਹੋਣੇ, ਮਤਲਬ ਜਿਹੜੇ ਹੁੰਦੇ ਨੇ ਜਿਹੜੇ ਪਿੰਡਾਂ ਦੇ ਵਿੱਚ ਨੇ ਜੀ, ਉੱਥੇ 1 ਜਾਂ 2 ਜੇਈ ਕੰਮ ਕਰ ਰਹੇ ਨੇ, ਲਾਈਨਮੈਨ ਨਹੀਂ ਮਿਲਦੇ, ਕਿਤੇ ਫਿਊਜ਼ ਉੱਡ ਜਾਏ, ਕਿਤੇ ਰਾਤ ਨੂੰ ਕੋਈ ਸਰਕਟ ਸ਼ਾਰਟ ਹੋ ਜਾਏ, ਕੋਈ ਤਾਰ ਟੁੱਟ ਜਾਏ, ਉਹ 24 ਘੰਟੇ ਬਾਅਦ ਹੀ ਉਹਨੂੰ ਮਤਲਬ ਠੀਕ ਕੀਤਾ ਜਾਂਦਾ ਹੈ। ਅਜੇ ਤਾਂ ਵੈਸੇ ਮੈਨੂੰ ਇਹ ਖਬਰ ਨਹੀਂ ਹੈਗੀ ਵੀ ਡਾਕਟਰਾਂ ਨੇ ਵੇਖੋ ਡਾਕਟਰ ਰੱਖੇ, ਇਦਾਂ ਦੀ ਖਬਰ ਤਾਂ ਨਹੀਂ ਮਿਲੀ, ਇਦਾਂ ਤੇ ਨਹੀਂ ਜੀ ਹੈਗੀ, ਅਜੇ ਨਹੀਂ ਮਿਲੀ। ਕੰਪਾਊਂਡਰ ਹੈਗੇ ਨੇ ਜੀ, ਹੈਗੇ ਨੇ। ਅੱਛਾ ਜੀ, ਡਾਕਟਰਾਂ ਦੀ ਗੱਲ ਤੁਸੀਂ ਗੱਲ ਕਰਦੇ ਹੋ, ਡਾਕਟਰਾਂ ਨੇ ਅੱਗੇ ਪ੍ਰਾਈਵੇਟ ਕੰਪਾਊਂਡਰ ਰੱਖੇ ਹੁੰਦੇ ਨੇ ਜੀ, ਉਹਨਾਂ ਨੇ ਕੰਪਾਊਂਡਰ, ਕਿਉਂਕਿ ਦੇਖੋ ਹਰ ਇੱਕ ਜਿਹੜਾ ਸਰਕਾਰੀ ਡਾਕਟਰ ਹੈਗਾ, ਜਿਹੜੇ ਹਸਪੀਟਲਾਂ ਦੇ ਵਿੱਚ ਕੰਮ ਕਰਦੇ ਹੈਗੇ ਨੇ, ਉਹਨਾਂ ਨੇ ਪ੍ਰਾਈਵੇਟ ਕਲੀਨਿਕ ਰੱਖੇ, ਉਹ ਘਰ ਕਰਦੇ ਜਾਂ ਕਿਸੇ ਕਲੀਨਿਕ ਤੇ ਕਰਦੇ ਜੀ, ਬਿਲਕੁਲ ਉਹੀ ਬੰਦੇ ਉਹਨਾਂ ਕੋਲੇ ਘਰੇ। ਅੱਛਾ, ਡਾਕਟਰ ਨੇ ਸਾਹਿਬ ਨੇ ਉੱਥੇ ਕਹਿੰਦਾ ਜੀ, ਜਦੋਂ ਸਰਕਾਰੀ ਹਸਪੀਟਲ ਦੇ ਵਿੱਚ ਬੰਦਾ ਕੋਈ ਇਲਾਜ ਕਰਾਉਣ ਜਾਂਦਾ ਹੈਗਾ, ਉਹਨੂੰ ਵੇਟ ਲੰਮੀ ਵੇਟ ਹੁੰਦੀ, ਉਸ ਤੋਂ ਬਾਅਦ ਹੁੰਦਾ ਜੀ ਉਹ ਅੱਕ ਕੇ ਬੰਦਾ ਕਹਿੰਦਾ, ਡਾਕਟਰ ਸਾਹਿਬ ਕਹਿੰਦੇ ਨੇ ਚੰਗਾ ਤੁਸੀਂ ਸ਼ਾਮ ਨੂੰ ਘਰੇ ਆ ਜਾਓ, ਘਰੇ ਆ ਜਾਓ, ਜਾਂ ਨਾਲ ਦੇ ਕਹਿੰਦੇ ਆ ਵੀ ਡਾਕਟਰ ਸਾਹਿਬ ਤਾਂ ਅੱਜ ਤਾਂ ਇੱਥੇ ਵੇਖ ਨਹੀਂ ਸਕਦੇ, ਤੇ ਤੁਸੀਂ ਕਹੋ ਤਾਂ ਘਰ ਅਪਾਇੰਟਮੈਂਟ ਬਣਾ ਲਓ ਤੁਹਾਡੀ, ਜਾਂ ਫਲਾਨੀ ਕਲੀਨਿਕ ਤੇ ਵੀ ਉਹ ਤੁਹਾਨੂੰ ਭੇਜ ਦਿੰਦਾ। ਇਸ ਤਰੀਕੇ ਇਹ ਜਿਹੜਾ ਸਾਰਾ ਕੁਝ ਵਾਤਾਵਰਨ ਵਿਗੜਿਆ ਪਿਆ ਜੀ, ਇਹਦੀ ਜ਼ਿੰਮੇਵਾਰੀ ਮੈਂ ਹੇਠਲੇ ਪੱਧਰ ਤੇ ਕਿਸੇ ਨੂੰ ਵਿਅਕਤੀ ਨੂੰ ਵੀ ਨਹੀਂ ਦੇਣੀ ਚਾਹੁੰਦਾ। ਇਹ ਸਾਰਾ ਕੁਝ ਉੱਪਰੋਂ ਸ਼ੁਰੂ ਹੋਇਆ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਜੀ ਥੱਲੇ ਤੋਂ ਲੈ ਕੇ ਉੱਪਰ ਤੱਕ ਕਰਪਸ਼ਨ, ਅਸਲ 'ਚ ਇਦਾਂ ਨਹੀਂ, ਉੱਪਰ ਤੋਂ ਲੈ ਕੇ ਥੱਲੇ ਤੱਕ ਕਰਪਸ਼ਨ ਹੈ। ਜਦੋਂ ਉੱਪਰ ਵਾਲੇ ਪਤਾ ਵੀ ਅਸੀਂ ਕਰਪਸ਼ਨ ਕਰ ਰਹੇ ਹਾਂ, ਥੱਲੇ ਵਾਲੇ ਨੂੰ ਕਿਵੇਂ ਫੜ ਲੈਣਗੇ? ਬਿਲਕੁਲ। ਜੇ ਉੱਪਰ ਵਾਲੇ ਗਲਤ ਕੰਮ ਕਰਦੇ, ਥੱਲੇ ਵਾਲੇ ਨੂੰ ਕਿਵੇਂ ਰੋਕ ਲੈਣਗੇ? ਆਪਦੇ ਮਤਾਹਿਤ ਬੰਦੇ ਜਿਹੜੇ ਆਪਦੇ ਸਬਆਰਡੀਨੇਸ਼ਨ 'ਚ ਹੈਗੇ ਆ, ਉਹਨਾਂ ਨੂੰ ਕਿਵੇਂ ਰੋਕ ਲੈਣਗੇ? ਤੇ ਜਦੋਂ ਸਬਆਰਡੀਨੇਟ ਨੂੰ ਪਤਾ ਕਿ ਮੇਰੇ ਉੱਪਰ ਜਿੰਨੇ ਮਰਜ਼ੀ ਅਫਸਰ ਹੈਗੇ ਆ, 2 ਹੈ 4 ਹੈ 10 ਹੈ, ਉਹ ਸਾਰੇ ਹੀ ਜਿਹੜੇ ਕਰਪਟ ਹੈਗੇ ਆ, ਤੇ ਮੈਨੂੰ ਵੀ ਕੁਝ ਨਹੀਂ ਕਹਿਣਗੇ। ਇਸ ਤਰ੍ਹਾਂ ਹੀ ਹੁਣ ਜਿਸ ਤਰ੍ਹਾਂ ਸਰਕਾਰੀ ਹਸਪੀਟਲ ਦੇ ਵਿੱਚ ਜਿਹੜੇ ਵੱਡੇ ਸਰਜਨ ਹੁੰਦੇ ਨੇ ਜੀ, ਉਹਨਾਂ ਨੇ ਆਪਣੇ, ਤੁਸੀਂ ਦੇਖ ਲਓ ਮੋਸਟਲੀ ਮੈਂ ਮਲੇਰਕੋਟਲੇ ਨੂੰ ਬਿਲੋਂਗ ਕਰਦਾ, ਮੈਂ ਆਪ ਖੁਦ ਮਤਲਬ 8-10 ਡਾਕਟਰ ਨੇ ਜਿਹੜੇ ਸਾਡੇ ਸਿਵਲ ਹਸਪੀਟਲ ਦੇ ਵਿੱਚ ਜੌਬ ਕਰ ਰਹੇ ਸੀ, ਔਰ ਉਹਨਾਂ ਨੇ ਆਪਣੇ ਵੱਡੇ ਕਲੀਨਿਕ ਜਿਹੜੇ ਖੋਲ੍ਹਦੇ ਨੇ। ਇਸ ਤਰ੍ਹਾਂ ਤੁਸੀਂ ਲੁਧਿਆਣੇ ਲਗਾ ਲਓ, ਹੋਰ ਪਟਿਆਲੇ ਲਗਾ ਲਓ, ਕਾਫੀ ਸ਼ਹਿਰਾਂ ਦੇ ਵਿੱਚ ਹੈ ਇਹ ਟ੍ਰੈਂਡ ਆਮ ਹੀ ਹੈਗਾ ਵੀ ਇੱਕ ਸਿਵਲ ਸਰਜਨ ਆਉਂਦਾ ਹੈਗਾ ਤੇ ਉਹਨੇ ਆਪਣੀ ਨਾਲ ਪ੍ਰਾਈਵੇਟ ਪ੍ਰੈਕਟਿਸ ਕਰਕੇ ਆਪਦਾ ਹਸਪੀਟਲ ਖੋਲ੍ਹਿਆ ਹੁੰਦਾ, ਔਰ ਉਹ ਸੇਵਾਵਾਂ ਦੋਨੇ ਪਾਸੇ ਦੇ ਰਿਹਾ ਹੁੰਦਾ। ਜਦੋਂ ਕੋਈ ਨਹੀਂ ਹੋਣਾ ਚਾਹੀਦਾ ਵੀ ਜੋ ਗਵਰਨਮੈਂਟ ਜੌਬ ਕਰਦਾ ਉਹਦੇ ਗਵਰਨਮੈਂਟ ਵੱਲੋਂ ਇੰਸਟਰਕਸ਼ਨ ਲੱਗਣੀਆਂ ਚਾਹੀਦੀਆਂ ਨੇ ਵੀ ਉਹ ਇੱਕ ਜਗ੍ਹਾ ਹੀ ਕਨਸੈਂਟਰੇਟ ਕਰੇ। ਦੂਜੇ ਮੈਨੂੰ ਕੁਝ ਲੱਗਦਾ ਜੀ, ਕੁਝ ਡਿਪਾਰਟਮੈਂਟ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੀ ਮੈਨੂੰ ਇੰਪੋਰਟੈਂਸ ਨਹੀਂ ਸਮਝ ਲੱਗੀ ਵੀ ਉਹ ਕੀ ਕਰਦੇ ਕੀ ਆ।
ਹਾਂਜੀ, ਜਿਸ ਤਰ੍ਹਾਂ ਹੁਣ ਮੱਛੀ ਪਾਲਣ ਦਾ ਹੈਗਾ, ਦੇਖੋ ਮੱਛੀ ਪਾਲਣ ਡਿਪਾਰਟਮੈਂਟ ਹੈਗਾ ਜੀ, ਮੱਛੀ ਪਾਲਣ ਦੀ ਕਿੱਥੇ ਸਿੱਖਿਆ ਦਿੱਤੀ ਜਾਂਦੀ ਹੈ, ਕਿਹੜੇ ਲੋਕਾਂ ਨੂੰ ਉਧਰ ਦੇਖੋ ਇੱਕ ਡਾਇਰੈਕਟਰ ਬਣਾਤਾ, ਉਹਦੇ ਲਈ ਡਾਇਰੈਕਟਰ ਹੈ ਜੀ, ਡਿਪਟੀ ਡਾਇਰੈਕਟਰ ਬਣਾਤਾ, ਜੁਆਇੰਟ ਡਾਇਰੈਕਟਰ ਬਣਾਤਾ, ਸੈਕਟਰੀ ਲਾਤਾ, ਕਿੰਨਾ ਅਮਲਾ ਫੈਲਾ। ਤੇ ਸਾਰੇ ਪੰਜਾਬ 'ਚ ਮੱਛੀ ਪਾਲਣ ਦੇ ਮੈਨੂੰ ਲੱਗਦਾ 5-10 ਹੀ ਕੇਸ ਹੋਣਗੇ ਜੀ। ਬਿਲਕੁਲ, ਉਹਨਾਂ ਦੇ ਮਹਿੰਗੀਆਂ ਬਿਲਡਿੰਗਾਂ ਦੇ ਵਿੱਚ ਸੈਕਟਰ 17 ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਆਫਿਸ ਨੇ ਜੀ। ਦੇਖੋ ਪਸ਼ੂ ਪਾਲਣ ਵਿਭਾਗ ਦਾ ਹੈਗਾ, ਪਸ਼ੂ ਪਾਲਣ ਵਿਭਾਗ ਕੀ ਕਰ ਰਿਹਾ ਹੋਊਗਾ ਜੀ ਪੰਜਾਬ ਇੱਕ ਡਿਪਾਰਟਮੈਂਟ ਮੈਂ ਹੋਰ ਗੱਲ ਕਰਦਾ ਜੀ। ਹਾਂ, ਪਸ਼ੂ ਪਾਲਣ ਦੀ ਬਜਾਏ ਉਹ ਵੈਟਰਨਰੀ ਹਸਪੀਟਲ ਵਾਲਾ ਹੈਗਾ, ਡਾਕਟਰਾਂ ਦੀ ਲੋੜ ਹੁੰਦੀ, ਉੱਥੇ ਹੁੰਦੇ ਹੀ ਨਹੀਂ ਡਾਕਟਰ ਹੁੰਦੇ। ਔਰ ਕਈ ਵਾਰੀ 40-40 50-50 ਪਿੰਡਾਂ ਦੇ ਪਿੱਛੇ ਇੱਕ ਡਾਕਟਰ। ਜੀ ਬਿਲਕੁਲ। ਔਰ ਜਿਹੜਾ ਬੰਦਾ ਪਸ਼ੂ ਰੱਖਦਾ ਨਾ ਜੀ, ਦੁੱਧ ਦੇਣ ਵਾਲੇ ਗਾਵਾਂ ਜਾਂ ਮੱਝਾਂ ਰੱਖਦਾ, ਉਹਦੇ ਕੋਲ ਇੱਕ ਜਾਂ ਗਾਂ ਮੱਝ ਨਹੀਂ ਹੁੰਦੀ, ਉਹਦੇ ਕੋਲ 4-4 5-5 ਪਸ਼ੂ ਹੁੰਦੇ ਜੀ। ਬਿਲਕੁਲ। ਤੇ ਜੇ ਪਿੰਡ ਦੇ ਵਿੱਚ 100 ਘਰ ਵੀ ਇਦਾਂ ਦਾ ਹੋਇਆ ਤਾਂ ਮਤਲਬ 400-500 ਤਾਂ ਉੱਥੇ ਹੀ ਹੋ ਗਿਆ। ਤੇ ਜਦੋਂ ਉਹਨੂੰ 40 ਪਿੰਡਾਂ ਦਾ ਦਿੱਤਾ ਹੋਇਆ ਕੰਟਰੈਕਟ ਜਾਂ ਦੂਰੀ ਸੁਪਰਵਿਜ਼ਨ ਦਿੱਤੀ ਹੋਈ ਹੈ, ਉਹ ਕਿਵੇਂ ਜਸਟੀਫਾਈ ਕਰੂਗਾ? 2-2.5 ਪਿੱਛੇ ਇੱਕ 2-2.5 ਡੰਗਰ ਤੋਂ ਵੱਧ, ਮਤਲਬ ਇੱਕ ਏਰੀਆ ਦੇ ਵਿੱਚ ਲਗਾ ਲਓ ਜੀ, ਮੈਨੂੰ ਲੱਗਦਾ ਵੀ ਘੱਟੋ ਘੱਟ ਜੇ ਆਪਾਂ 4-5 ਪਿੰਡਾਂ ਦੇ ਵਿੱਚ ਵੀ ਲਗਾ ਲਈਏ ਤਾਂ 5000 ਦੇ ਕਰੀਬ 5000 ਕਰੀਬ ਪਸ਼ੂ ਹੈਗੇ ਆ, ਜਿਨ੍ਹਾਂ ਦੀ ਇਲਾਜ ਕਰਨ ਦੀ, ਟੇਕ ਕੇਅਰ ਕਰਨ ਦੀ ਜ਼ਿੰਮੇਵਾਰੀ ਸਿਰਫ ਇੱਕ ਡਾਕਟਰ ਦੀ ਹੈ। ਇਹ ਕਿੱਦਾਂ ਪੋਸੀਬਲ ਉਹ ਕਰ ਲੂਗਾ? ਠੀਕ ਹੈ। ਇੱਕ ਡਿਪਾਰਟਮੈਂਟ ਹੈ ਜੀ, ਮੈਂ ਉਹਦੇ ਬਾਰੇ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ, ਉਹ ਹੈ ਟਿਊਬਲ ਕਾਰਪੋਰੇਸ਼ਨ। ਜੀ ਬਿਲਕੁਲ। ਟਿਊਬਲ ਕਾਰਪੋਰੇਸ਼ਨ ਹੁੰਦੀ ਸੀਗੀ ਵੀ ਪਿੰਡਾਂ ਦੇ ਵਿੱਚ, ਜਿੱਥੇ ਅੱਗੇ ਉਦੋਂ ਆਮ ਲੋਕਾਂ ਦੇ ਨਿੱਜੀ ਟਿਊਬਲ ਨਹੀਂ ਸੀ ਹੁੰਦੇ, ਸਰਕਾਰੀ ਟਿਊਬਲ ਹੁੰਦੇ ਸੀ। ਸਰਕਾਰੀ ਟਿਊਬਲ ਦੇ ਵਿੱਚ ਵਾਰੀ ਸਿਰ ਲੋਕਾਂ ਨੂੰ ਪਾਣੀ ਮਿਲਦਾ ਸੀਗਾ ਜੀ। ਬਿਲਕੁਲ। ਤੇ ਉਦੋਂ ਤਾਂ ਲੋੜ ਹੁੰਦੀ ਸੀ। ਹੁਣ ਤੁਸੀਂ ਦੇਖੋ ਵੀ ਉਹ ਪਿੰਡਾਂ ਦੇ ਵਿੱਚ ਟਿਊਬਲ ਹੀ ਹੈ ਨਹੀਂ ਜੀ। ਟਿਊਬਲ ਦੇ ਜਿਹੜੇ ਪਾਈਪ ਪਾਏ ਸੀ ਉਹ ਵੀ ਕੱਢ ਕੇ ਲੈ ਗਏ, ਮੋਟਰਾਂ ਵੀ ਲੱਥ ਗਈਆਂ, ਬਿਜਲੀ ਦੇ ਕਨੈਕਸ਼ਨ ਵੀ ਹੈ ਨਹੀਂ, ਪਰ ਡਿਪਾਰਟਮੈਂਟ ਅਜੇ ਵੀ ਹੈਗਾ ਜੀ। ਬਿਲਕੁਲ, ਡਿਪਾਰਟਮੈਂਟ ਹੈਗਾ। ਉਹਨਾਂ ਦੇ ਜਿਹੜੇ ਬਿਲਡਿੰਗਸ ਨੇ ਜੀ, ਉਹ ਵੋਟਾਂ ਪਾਉਣ ਦੇ ਕੰਮ ਆਉਂਦੀਆਂ ਨੇ। ਮੈਂ ਖੁਦ ਸਾਡੇ ਮਲੇਰਕੋਟਲੇ ਗਵਰਨਮੈਂਟ ਕਾਲਜ ਦੇ ਨਾਲ ਇੱਕ ਟਿਊਬਲ ਕਾਰਪੋਰੇਸ਼ਨ ਦੀ ਕਾਫੀ ਲੰਮੀ ਚੌੜੀ ਬਿਲਡਿੰਗ ਹੈਗੀ ਆ, ਬਟ ਉੱਥੇ ਵੋਟਾਂ ਪਾਉਣ ਦੇ ਕੰਮ ਆਉਂਦੀ ਆ ਬਿਲਡਿੰਗ ਹੈਗੀ ਆ। ਐਮਪਲਾਈ ਹੈਗੇ ਨੇ। ਨਹਿਰੀ ਵਿਭਾਗ ਜਿਹੜਾ ਹੈ ਜੀ, ਹੈ ਜੀ, ਨਹਿਰੀ ਵਿਭਾਗ ਜਿਹੜਾ ਉਹ ਦੇਖੋ ਵੀ ਨਹਿਰਾਂ ਹੀ ਹੈ ਨਹੀਂ। ਹਾਂਜੀ, ਜੇ ਨਹਿਰਾਂ ਹੈਗੀਆਂ ਨੇ ਉਹਨਾਂ ਦੀ ਦੇਖ ਰੇਖ ਨਹੀਂ ਹੈ, ਪਾਣੀ ਹੈ ਨਹੀਂ ਵਿੱਚ ਉਹਨਾਂ ਦੇ, ਨਹਿਰਾਂ ਪੱਟੀਆਂ ਹੀ ਪਾਣੀ ਹੈ ਨਹੀਂ। ਜੇ ਕਿਤੇ ਆਉਂਦਾ ਵੀ ਹੋਊਗਾ, ਪਰ ਕਿੰਨੀਆਂ ਕੁ ਜੀ ਪੰਜਾਬ ਵਿੱਚ ਆਪਾਂ ਟੋਟਲ ਕੁੱਲ ਰੱਖੀਏ ਕਿੰਨੀਆਂ ਕੁ ਨਹਿਰਾਂ ਹੈਗੀਆਂ, ਜਾਂ ਦਰਿਆਵਾਂ ਤੋਂ ਕਿੰਨੀਆਂ ਕੁ ਨਹਿਰਾਂ ਨੂੰ ਪਾਣੀ ਜਿਹੜਾ ਆਉਂਦਾ ਹਾਂਜੀ, ਉਹ ਤਾਂ ਸੁੱਕੀਆਂ ਪਈਆਂ ਪਹਿਲੇ। ਤੇ ਉਹ ਉਹਨਾਂ ਦੀ ਦੇਖਭਾਲ ਵਾਸਤੇ ਇੱਕ ਨਹਿਰੀ ਵਿਭਾਗ ਬਣਾਇਆ ਗਿਆ, ਡਾਇਰੈਕਟਰ, ਡਿਪਟੀ ਡਾਇਰੈਕਟਰ, ਚੀਫ, ਜੁਆਇੰਟ ਡਾਇਰੈਕਟਰ, ਕਿੰਨਾ ਕੁਛ ਹੈ। ਬਿਲਕੁਲ ਜੀ, ਬਿਲਕੁਲ। ਇਹ ਸਾਰਾ ਕੁਛ ਅੱਜ ਵੀ ਉਹਨਾਂ ਦੀਆਂ ਪੋਸਟਾਂ ਬਰਕਰਾਰ ਨੇ ਜੀ। ਜੇਈ, ਐਸਡੀਓ ਤੋਂ ਉੱਪਰ ਨੂੰ ਜਿਉਂ ਜਾਂਦੇ ਨੇ, ਐਸਸੀ ਤੱਕ ਜਾਂਦੇ ਨੇ, ਚੀਫ ਇੰਜੀਨੀਅਰ ਜਾਂਦੇ ਨੇ। ਉਹ ਪਤਾ ਨਹੀਂ ਜੀ ਵੀ ਕਿੱਥੇ ਉਹ ਕਿਹੜੇ ਕਾਗਜ਼ਾਂ ਦੇ ਉੱਤੇ ਲਾਈਨਾਂ ਮਾਰੀ ਜਾ ਰਹੇ ਨੇ ਬੈਠੇ। ਕਿਉਂਕਿ ਦੇਖੋ ਪੰਜਾਬ ਦੇ ਵਿੱਚ ਪੁਲਾਂ ਦੀ ਆਪਾਂ ਨੇ ਪਿੱਛੇ ਜੇ ਜੋੜੇ ਪੁਲ ਦੇ ਸਾਡੇ ਨੇੜੇ ਪੈਂਦਾ ਜੀ, ਉਹਦੀ ਗੱਲ ਕੀਤੀ ਸੀ, ਉਹ ਪੁਲ ਠੀਕ ਹੋਇਆ ਜੀ, ਬਹੁਤ ਮਤਲਬ ਔਖਾ ਹੋਇਆ। ਜ਼ਿੰਮੇਵਾਰੀ ਨਹੀਂ ਸਮਝਦਾ ਨਾ ਕੋਈ। ਬਿਲਕੁਲ। ਉਹ ਤੁਸੀਂ ਚਾਬੀ ਮਰੋੜੀ ਹੈਗੀ ਤੇ ਫਿਰ ਉਹ ਗੱਲ ਬਣ ਗਈ। ਤੇ ਇਹ ਜਿਹੜਾ ਪ੍ਰੋਗਰਾਮ ਕਰਨ ਦਾ ਪਿੱਛੇ ਮਕਸਦ ਸਾਡਾ ਨਹੀਂ ਜੀ, ਉਹ ਇਹੀ ਹੈ ਕਿ ਲੋਕਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ। ਜੇ ਲੋਕਾਂ ਨੂੰ ਅਵੇਅਰਨੈਸ ਹੀ ਨਹੀਂ ਹੈ ਜੀ, ਬਿਲਕੁਲ, ਜੇ ਸਾਨੂੰ ਪਤਾ ਹੀ ਨਹੀਂ ਹੈ ਕਿ ਸਾਡੀ ਜ਼ਿੰਮੇਵਾਰੀ ਕੀ ਹੈ ਜੀ, ਬਿਲਕੁਲ, ਜੇ ਸਾਨੂੰ ਆਪਦੀ ਜ਼ਿੰਮੇਵਾਰੀ ਨਹੀਂ ਪਤਾ ਤਾਂ ਦੂਜੀ ਜ਼ਿੰਮੇਵਾਰੀ ਨੂੰ ਅਸੀਂ ਕਿਵੇਂ ਜੀ। ਬਿਲਕੁਲ, ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ। ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੰਮ ਹੈਗਾ ਜੀ, ਲੋਕ ਜਾ ਕੇ ਆਪ ਗੱਲ ਕਰਨ, ਬਜਾਏ ਇਸ ਦੇ ਵਿੱਚ ਸਿਫਾਰਿਸ਼ ਜਾਂ ਅੰਡਰ ਦੀ ਟੇਬਲ ਪੈਸੇ ਦੇਣਾ, ਉਹ ਰਿਸ਼ਵਤ ਨੂੰ ਬੜਾਵਾ ਦੇਣਾ ਹੋ ਜਾਂਦਾ ਜੀ। ਕਿਉਂਕਿ ਉਹਦੇ ਨਾਲ ਇੱਕ ਤਾਂ ਆਪਾਂ ਆਪਣਾ ਨੁਕਸਾਨ ਕਰ ਰਹੇ ਹਾਂ। ਅਵੇਅਰ ਹੋਊਗਾ ਜੀ ਬੰਦੇ ਨੂੰ, ਜਿਹੜਾ ਮੁਲਾਜ਼ਮ ਹੈਗਾ, ਜਦ ਤੁਸੀਂ ਉਹਦੇ ਕੋਲ ਕਿਸੇ ਕੰਮ ਨੂੰ ਜਾਓਗੇ, ਉਹਨੇ ਜਦ ਤੁਸੀਂ ਦੱਸਣਾ ਵੀ ਐਦਾਂ ਨਹੀਂ, ਐਦਾਂ ਸਾਡਾ ਦੱਸੋ ਕਿਉਂ। ਇਦਾਂ ਹੀ ਗੱਲ ਕਰ ਰਹੇ ਜੀ। ਇੱਕ ਸਰਵਿਸ ਐਕਟ ਬਣਿਆ ਹੁਣ ਪਿੱਛੇ ਜੇ, ਉਹ ਹਰ ਇੱਕ ਡਿਪਾਰਟਮੈਂਟ ਦੇ ਬਾਹਰ ਉਹਦੇ ਬੋਰਡ ਲੱਗੇ ਹੋਏ ਨੇ ਜੀ। ਬਿਲਕੁਲ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ। ਉਸ ਸਰਵਿਸ ਐਕਟ ਦੇ ਜਿਹੜੇ ਕਾਲਮਸ ਨੇ ਜੀ, ਮੈਂ ਅੱਜ ਆਪਣੇ ਫੇਸਬੁੱਕ ਪੇਜ ਤੇ, ਤੁਸੀਂ ਐਸਡੀਐਮ ਆਫਿਸ ਜਾਓ, ਡੀਸੀ ਆਫਿਸ ਜਾਓ, ਪਟਵਾਰ ਖੰਨੇ ਜਾਓ, ਸਭ ਕੁਝ ਲਿਖਿਆ ਹੈ। ਉੱਥੇ ਸਭ ਕੁਝ ਲਿਖਿਆ ਜੀ, ਇਹ ਕਿਸ ਕੰਮ ਨੂੰ ਕਿੰਨੇ ਦਿਨ ਲੱਗਦਾ ਜੀ। ਉਸ ਤੋਂ ਬਾਅਦ ਵੀ ਤੁਹਾਨੂੰ ਹੈਰਾਨ ਪਰੇਸ਼ਾਨ ਹੋ, ਤੁਸੀਂ ਸਰਵਿਸ ਐਕਟ ਰਾਹੀਂ ਇੱਕ ਐਪਲੀਕੇਸ਼ਨ ਦਿਓ ਜੀ, ਬਕਾਇਦਾ ਉਹ ਜਿਹੜਾ ਕੰਸਰਨ ਡਿਪਾਰਟਮੈਂਟ ਦੇ ਵਿੱਚ ਡੀਲਿੰਗ ਹੈਡ ਬੰਦਾ ਹੈਗਾ ਜੀ, ਉਹਨੂੰ ਗਵਰਨਮੈਂਟ ਵੱਲੋਂ ਉਹਦੇ ਵਿੱਚ ਫਾਈਨ ਹੋਣ ਦੀ ਸੁਵਿਧਾ ਹੈਗੀ ਹੈ। ਐਕਟ ਬੜੇ ਵਧੀਆ ਜੀ। ਆਰਟੀਆਈ ਜਿਹੜਾ ਹੈਗਾ ਸੀ ਜੀ, ਠੀਕ ਹੈ, ਆਰਟੀਆਈ ਪਾਉਣ ਦਾ ਉਹ ਸਾਡੇ ਬੰਦੇ ਕਹਿੰਦੇ ਕਿਹੜਾ ਦੁਸ਼ਮਣੀ ਲੱਗਦਾ ਜੀ, ਠੀਕ ਹੈ ਜੀ। ਮੈਂ ਤੁਹਾਨੂੰ ਦੱਸਦਾ ਜੀ, ਮੇਰੇ ਆਪਦੇ ਟਾਊਨ ਵਾਲੇ ਪਾਸੇ ਜੀ, ਉੱਥੇ ਪਿੰਡ ਇੱਕ ਉਹਨਾਂ ਦੇ, ਉਹ ਪਿੰਡ ਵਾਲੇ ਲੋਕ ਇੱਥੇ ਆਏ ਹੋਏ ਆ ਜੀ। ਤੇ ਉਹਨਾਂ ਨਾਲ ਮੇਰੀ ਇੱਕ ਵਾਰੀ ਮੁਲਾਕਾਤ ਹੋਈ ਤੇ ਮੈਂ ਉਹਨੂੰ ਦੱਸਿਆ, ਮੈਂ ਕਿਹਾ ਯਾਰ ਤੁਸੀਂ ਕੋਈ ਇਦਾਂ ਦਾ ਰਿਟਾਇਰ ਹੋ ਗਏ ਆ ਜੀ, ਤੇ ਤੁਸੀਂ ਕਿਉਂ ਨਹੀਂ ਇਦਾਂ ਦੀ ਲੋਕਾਂ 'ਚ ਜਾਗਰਤੀ ਪੈਦਾ ਕਰਦੇ? ਤੁਸੀਂ ਖੁਦ ਸਿਆਣੇ ਹੋ ਜੀ, ਬਿਲਕੁਲ ਇੰਟੈਲੀਜੈਂਟ ਹੋ, ਪੜ੍ਹੇ ਲਿਖੇ ਹੋ, ਆਪਦੇ ਜੌਬ ਦੌਰਾਨ ਤੁਸੀਂ ਬੜੀ ਚੰਗੀ ਸਰਵਿਸ ਜਿਹੜੀ ਆ ਉਹ ਨਿਭਾਈ ਹੈਗੀ ਆ, ਹੁਣ ਤੁਸੀਂ ਫ੍ਰੀ ਹੈਗੇ ਹੋ ਤੇ ਲੋਕਾਂ ਦੀ ਅਗਵਾਈ ਤੁਹਾਨੂੰ ਕਰਨੀ ਚਾਹੀਦੀ ਹੈ। ਉਹ ਕਹਿੰਦੇ ਜੀ ਕੀਤੀ ਸੀ ਜੀ। ਮੈਂ ਕਿਹਾ ਕੀ ਕੀਤਾ? ਕਹਿੰਦੇ ਵੀ ਸਾਡੇ ਪਿੰਡ ਛੱਪੜ ਸੀਗਾ ਜੀ, ਤੇ ਉਹ ਛੱਪੜ ਦਾ ਪਾਣੀ ਜਿਹੜਾ ਸੀ ਉਹ ਨੱਕੋ ਨੱਕ ਭਰਿਆ ਹੋਇਆ ਸੀਗਾ ਤੇ ਲੋਕਾਂ ਦੇ ਘਰਾਂ 'ਚ ਵੜਦਾ ਸੀਗਾ ਤੇ ਅਸੀਂ ਕਿਹਾ, ਆਰਟੀਆਈ ਪਾਈ ਵੀ ਇਹ ਛੱਪੜ ਦੀ ਪਮਾਇਸ਼ ਕੀਤੀ ਜਾਵੇ ਜੀ, ਮਿਹਨਤੀ ਕੀਤੀ ਜਾਵੇ। ਉਹ ਆਲੇ ਦੁਆਲੇ ਉਹ ਲੋਕਾਂ ਨੇ ਜਗ੍ਹਾ ਵਲੀ ਹੋਈ ਸੀ, ਮੱਲੀ ਹੋਈ ਸੀ, ਠੀਕ ਹੈ ਜੀ। ਹੁਣ ਜਦੋਂ ਆਰਟੀਆਈ ਦੇ ਵਿੱਚ ਉਹ ਪਮਾਇਸ਼ ਦੀ ਗੱਲ ਆਈ ਤੇ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਹੋਣਾ ਸੀਗਾ। ਉਹ ਕਹਿੰਦੇ ਜੀ ਅਸੀਂ ਇਸੇ ਕਰਕੇ ਨਹੀਂ
ਅਗਲੀ ਕਾਰਵਾਈ ਕੀਤੀ ਵੀ ਦੁਸ਼ਮਣੀ ਕਿਹੜਾ ਲਵੇ। ਜੀ 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 ਦੇਖੋ ਅਵੇਅਰਨੈਸ ਹੈਗੀ ਆ, ਪਰ ਉਹ ਮੁੜ ਕੇ ਆ ਜਾਂਦਾ ਦਿਮਾਗ 'ਚ ਕਿ ਕਿਹੜਾ ਲੋਕਾਂ ਨਾਲ ਦੁਸ਼ਮਣੀਆਂ ਝੱਲੇ। ਨਹੀਂ, ਉਹਦੇ ਵਿੱਚ ਦੇਖੋ ਤੁਸੀਂ ਕਿਸੇ ਬੰਦੇ ਨੂੰ ਜਿਹੜਾ ਇਸ ਤਰ੍ਹਾਂ ਕੋਈ ਆਈਡੀ ਪਾਉਂਦਾ ਹੈ ਜੀ, ਉਦੋਂ ਆਪ ਕੋਈ ਐਕਸ਼ਨ ਕਰਨ ਦੀ ਲੋੜ ਨਹੀਂ, ਉਹਨੇ ਜਸਟ ਡਿਪਾਰਟਮੈਂਟ ਨੂੰ ਦੱਸਣਾ, ਡਿਪਾਰਟਮੈਂਟ ਨੂੰ ਤੁਸੀਂ ਐਪਲੀਕੇਸ਼ਨ ਲਿਖਦੇ ਰਹੋ ਤਾਂ ਡਿਪਾਰਟਮੈਂਟ ਨੂੰ ਹੈਵ ਟੂ ਉਹਨਾਂ ਨੂੰ ਐਕਸ਼ਨ। ਤਾਂ ਮੈਂ ਗੱਲ ਕੀਤੀ ਜੀ ਵੀ ਉਹ ਇਹ ਪਤਾ ਲੱਗ ਜਾਂਦਾ ਕਿ ਆਰਟੀਆਈ ਪਾਈ ਕਿਹਨੇ, ਜੀ 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 ਜੀ, ਇਹ ਕਾਰਵਾਈ ਸ਼ੁਰੂ ਕਿਹਨੇ ਕੀਤੀ ਹੈ। ਠੀਕ ਹੈ ਜੀ। ਉਹ ਪਿੰਡ ਦਾ ਸਰਪੰਚ ਲੰਬੜਦਾਰੀ ਵੀ ਫਿਰ ਮਤਲਬ ਲੱਭਣ ਲੱਗ ਪੈਂਦਾ, ਫਿਰ ਉਹ ਪਹੁੰਚ ਕਰਦੇ, ਉਹ ਆਪਦੇ ਮੁੰਡੇ ਨੂੰ ਸਮਝਾਓ ਜੀ ਇਹ ਪੰਗੇ ਚੰਗੇ ਨਹੀਂ ਹੁੰਦੇ, ਆਪਾਂ ਇਕੱਠੇ ਰਹਿਣਾ, ਇਹੋ ਜਿਹੀਆਂ ਗੱਲਾਂ। ਬਿਲਕੁਲ ਬਿਲਕੁਲ ਹੁੰਦਾ। ਹੁਣ ਦੇਖੋ ਅਵੇਅਰਨੈਸ, ਇਹ ਗੱਲਾਂ ਜਿਹੜੀਆਂ ਮੈਂ ਆਪਣੇ ਫੇਸਬੁੱਕ ਤੇ ਔਰ YouTube ਦੇ ਦਰਸ਼ਕਾਂ ਨੂੰ ਦੱਸਣੀਆਂ ਚਾਹੁੰਦਾ ਕਿ ਇਹ ਗੱਲਾਂ ਸਾਨੂੰ ਇੱਥੇ ਕੈਨੇਡਾ ਵਿੱਚ ਬੈਠ ਕੇ, ਵਿਨੀਪੈਗ ਵਿੱਚ ਬੈਠ ਕੇ ਗੱਲਾਂ ਕਰਨ ਦੀ ਨੌਬਤ ਕਿਉਂ ਆਈ, ਕਿਉਂ ਲੋੜ ਪਈ? ਜੀ ਬਿਲਕੁਲ ਲੋੜ ਇਸ ਕਰਕੇ ਪਈ ਕਿ ਬੈਕ ਹੋਮ ਵਾਲੇ ਬਹੁਤ ਸਾਰੇ ਲੋਕ ਅਸੀਂ ਇੱਥੇ ਆਏ ਆ ਜਿਨ੍ਹਾਂ ਦੀਆਂ ਉੱਥੇ ਜ਼ਮੀਨਾਂ, ਜਿਨ੍ਹਾਂ ਦੀਆਂ ਜਾਇਦਾਦਾਂ, ਜਿਨ੍ਹਾਂ ਦੇ ਘਰ ਹੈ, ਮਕਾਨ ਹੈ, ਦੁਕਾਨਾਂ, ਆੜਤਾਂ, ਬਿਜ਼ਨਸ, ਬੜਾ ਕੁਝ ਉੱਥੇ ਹੈਗਾ, ਔਰ ਉਹ ਇੱਥੇ ਬੈਠੇ ਝੂਰੀ ਜਾਂਦੇ ਆ ਕਿ ਮੈਂ ਤਾਂ ਜ਼ਿੰਦਗੀ ਲਾਤੀ ਹੈ ਬਣਾਉਣ ਲੱਗਿਆ। ਜੀ ਜੀ ਬਿਲਕੁਲ ਠੀਕ ਹੈ, ਜ਼ਿੰਦਗੀ ਮੇਰੀ ਲੱਗ ਗਈ। ਅਸੀਂ ਉੱਥੇ ਫਿਰ ਪੁਰਾਣੀਆਂ ਗੱਲਾਂ ਕਰਨਗੇ ਬਜ਼ੁਰਗ, ਉਹ ਦੇਖੋ ਜੀ ਜਦੋਂ ਅਸੀਂ ਪਸ਼ੂ ਰੱਖੇ ਹੁੰਦੇ ਸੀਗੇ, ਹਲ ਵਾਹੁਣਾ ਪੈਂਦਾ ਸੀ, ਸੁਹਾਗਾ ਏਦਾਂ ਕਰਦੇ ਸੀ, ਹਾਂਜੀ ਬੀਜ ਏਦਾਂ ਬੀਜਦੇ ਸੀ, ਫਿਰ ਮੋਟਰਾਂ, ਇੰਜਣ ਰੱਖੇ ਹੁੰਦੇ ਸੀ, ਮੋਟਰਾਂ ਨਹੀਂ ਸੀ ਬਹੁਤੀਆਂ ਹੁੰਦੀਆਂ, ਮਤਲਬ ਪੁਰਾਣੀਆਂ ਗੱਲਾਂ। ਤੇ ਅੱਜ ਜਿਸ ਹਾਲਤ 'ਚ ਪਹੁੰਚੇ ਆ, ਉਹਨਾਂ ਦਾ ਭਾਵ ਦੱਸਣ ਦਾ ਇਹ ਹੁੰਦਾ ਕਿ ਅਸੀਂ ਬਹੁਤ ਮਿਹਨਤ ਕੀਤੀ ਜੀ, ਔਰ ਮਿਹਨਤ ਦਾ ਮੁੱਲ ਜਿਹੜਾ ਵਾ ਉਹ ਪੈਣ ਤੇ ਦੇਣ ਆਏ ਸੀਗੇ ਤੇ ਹਾਲਾਤ ਬਦਲ ਗਏ, ਉਹਨਾਂ ਨੂੰ ਇੱਥੇ ਆਉਣਾ ਪੈ ਗਿਆ। ਜੀ ਜੀ ਬਿਲਕੁਲ। ਤੇ ਉੱਥੇ ਜਿਹੜੀ ਪਿਛਲੇ ਬੈਕ ਹੋਮ ਵਿੱਚ ਉਹਨਾਂ ਦੀ ਜ਼ਮੀਨਾਂ ਜਾਇਦਾਦਾਂ ਹੈਗੀਆਂ, ਉਹ ਕੌਡੀਆਂ ਦੇ ਭਾਅ ਵੇਚਣ ਲੱਗ ਪਈਆਂ, ਜਾਂ ਕਿਉਂਕਿ ਟੇਕ ਕੇਅਰ ਨਹੀਂ ਸੀ ਕਰਦੇ, ਜਾਂ ਛੋਟੀਆਂ ਛੋਟੀਆਂ ਪ੍ਰੋਬਲਮਸ ਹੈਗੀਆਂ। ਮੰਨ ਲਓ ਕਿਸੇ ਦੀ ਜ਼ਮੀਨ ਹੈ ਜੀ, ਉਸ ਬੰਦਾ ਸੋਚਦਾ ਵੀ ਜ਼ਮੀਨ ਸਾਂਝਾ ਖੇਤ ਹੁੰਦਾ, ਸਾਂਝੇ ਮੁਸ਼ਤਰਕਾ ਖਾਤਾ ਹੁੰਦਾ, ਵੀ ਚਲੋ ਇਹਨੂੰ ਅਲੱਗ-ਅਲੱਗ ਕਰਵਾ ਲਓ। ਉੱਥੇ ਕਿਤੇ ਕਿਉਂਕਿ ਅੱਗੇ ਹੱਥ ਨਾਲ ਸਾਰੀਆਂ ਲਿਖੀਆਂ ਜਾਂਦੀਆਂ ਸੀ ਫਰਦਾਂ, ਜਾਂ ਉਹਦਾ ਰੈਕਡ ਹੈਗਾ, ਜਾਂ ਜਿਹੜਾ ਉਹ ਲੱਠਾ ਬਹੁਤ ਵੱਡਾ ਜਮਾਬੰਦੀ, ਉਹ ਸਾਰਾ ਕੁਝ ਹੱਥ ਨਾਲ ਲਿਖਿਆ ਜਾਂਦਾ ਸੀ। ਕਿਤੇ ਇੱਕ ਸਿਹਾਰੀ ਬਿਹਾਰੀ ਵੀ ਪੈ ਗਈ, ਜਾਂ ਉਹ ਜਿਹੜੇ ਬਟਾ ਕਰਕੇ ਨੰਬਰ ਪਾਏ ਹੁੰਦੇ, ਹਿੱਸੇ ਜਿਹੜੇ ਕੱਢੇ ਹੁੰਦੇ, ਉਹ 'ਚ ਛੋਟੀ ਜਿਹੀ ਵੀ ਗਲਤੀ ਜਿਹੜੀ ਆ ਉਹਨੂੰ ਦਰੁਸਤੀ ਕਰਾਉਣ ਦੇ ਲਈ ਲੋਕਾਂ ਦੀ ਬੁਰੀ ਹਾਲਤ ਹੋ ਜਾਂਦੀ। ਬਿਲਕੁਲ, ਬਹੁਤ ਕਈ ਸਾਲ ਲੱਗ ਜਾਂਦੇ ਆ, ਔਰ ਸੁਣਦਾ ਹੋਵੇ ਜੀ। ਬਿਲਕੁਲ, ਆਪਾਂ ਇਦਾਂ ਗੱਲ ਕਰ ਰਹੇ ਸੀ ਵੀ ਜਿਹੜੇ ਪਟਵਾਰੀ ਨੇ, ਉਹਨਾਂ ਨੇ ਅੱਗੇ ਸਬ ਪਟਵਾਰੀ ਅੱਗੇ ਹੈਲਪਰ ਰੱਖੇ ਹੋਏ ਨੇ। ਹੁਣ ਤੁਸੀਂ ਇਹ ਦੇਖੋ ਵੀ ਇੱਕ ਪਟਵਾਰੀ ਦੀ ਜ਼ਿੰਮੇਵਾਰੀ ਹੁੰਦੀ ਆ ਜਿਹੜਾ ਉਹਨੇ ਰਿਕਾਰਡ ਅਪ ਟੂ ਡੇਟ ਰੱਖਣਾ ਹੈਗਾ। ਹੁਣ ਇੱਕ ਬੰਦਾ, ਅਣਜਾਣ ਬੰਦਾ ਜੀ ਬੈਠਾ, ਉਹ ਰਿਕਾਰਡ ਕਰ ਰਿਹਾ, ਜੋ ਕੁਝ ਉਹ ਲਿਖ ਗਿਆ ਉਹਦੇ ਤੇ ਜੀ ਉਹ ਪੱਕਾ ਹੋ ਗਿਆ ਜੀ, ਚੈਲੰਜ ਵੀ ਕਰ ਸਕਦਾ। ਰਿਕਾਰਡ ਆ ਜਿਹੜਾ ਤੁਹਾਡਾ ਕੰਪਿਊਟਰਾਈਜ਼ਡ ਹੋ ਗਿਆ, ਤੇ ਜਾ ਕੇ ਜੇ ਕਿਸੇ ਬੰਦੇ ਨੇ ਉਹ 'ਚ ਦਰੁਸਤੀ ਕਰਾਉਣੀ ਹੋਵੇ, ਤੁਸੀਂ ਇਹ ਦੇਖੋ ਵੀ ਉਹ ਤੁਹਾਨੂੰ ਪਹਿਲਾਂ ਲੋਅਰ ਲੈਵਲ ਤੋਂ ਸਟਾਰਟ ਹੋ ਕੇ ਜਾਣਾ ਤਾਂ ਇੱਥੇ ਹੁੰਦਾ ਜੀ 2 ਹਫ਼ਤਿਆਂ ਵਾਸਤੇ, 4 ਹਫ਼ਤਿਆਂ ਦੀ ਵੱਧ ਉਦੋਂ ਵੀ ਜਾਣਾ ਹੁੰਦਾ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਕੋਈ, ਜਾਂ ਹੋਰ ਕੋਈ ਖੁਸ਼ੀ ਗਮੀ ਦੀ ਗੱਲ ਹੈ। ਠੀਕ ਹੈ ਜੀ, ਜਾਂਦਿਆਂ ਨੂੰ ਤੁਸੀਂ ਉਹ ਅਟੈਂਡ ਕਰੋਗੇ ਕਿ ਇਹ ਸੋਚੋਗੇ ਕਿ ਮੈਂ ਜਾਂਦਾ ਆ ਵੀ ਕਰ ਜਾਵਾਂ, ਉਹ ਤੁਸੀਂ ਪੈਰ ਧਰ ਲੈਂਦੇ ਹੋ, ਸਟੈਪ ਇਨ ਤਾਂ ਕਰ ਲੈਂਦੇ ਹੋ, ਪੈਸੇ ਵੀ ਖਰਚ ਕਰਨ ਨੂੰ ਤਿਆਰ ਹੁੰਦੇ ਵੀ ਲੱਖ 2 ਲੱਖ ਲੱਗ ਜਾਵੇ ਯਾਰ, ਨਿਬੇੜ ਕੇ ਜਾਣਾ ਪੰਗਾ। ਠੀਕ ਹੈ ਜੀ, ਉਹ ਤੁਸੀਂ ਸ਼ੁਰੂ ਕਰ ਲੈਂਦੇ ਹੋ, ਪਰ ਪੱਲੇ ਕੁਛ ਨਹੀਂ ਪੈਂਦਾ, ਫਿਰ ਨਿਰਾਸ਼ਾ ਹੁੰਦੀ। ਸੋ ਇੱਥੇ ਗੱਲ ਕਰਨ ਦਾ ਮਕਸਦ ਸਾਡਾ ਇਹ ਹੈ ਕਿ ਜੇ ਅਸੀਂ ਅਵੇਅਰ ਹੋਵਾਂਗੇ, ਜੀ ਬਿਲਕੁਲ, ਸਾਨੂੰ ਪਤਾ ਹੋਏਗਾ ਕਿ ਕੰਮ ਕਿੱਦਾਂ ਹੁੰਦਾ, ਜੀ ਬਿਲਕੁਲ, ਅਸੀਂ ਆਪਦੇ ਬਜ਼ੁਰਗਾਂ ਨੂੰ, ਅਸੀਂ ਆਪਦੇ ਭੈਣਾਂ ਭਰਾਵਾਂ ਨੂੰ ਜਿਹੜੇ ਉੱਥੇ ਬੈਠੇ, ਜੀ ਬਿਲਕੁਲ, ਅਸੀਂ ਉਹਨਾਂ ਨੂੰ ਵੀ ਦੱਸ ਸਕਦੇ ਹਾਂ ਕਿ ਇੱਕ ਆਰਟੀਆਈ ਵੀ ਹੁੰਦੀ ਆ, ਇੱਕ ਸਰਵਿਸ ਐਕਟ ਵੀ ਹੈਗਾ, ਉਹ ਸਰਵਿਸ ਐਕਟ ਦੇ ਮੁਤਾਬਕ ਤੁਹਾਡਾ ਕੰਮ ਨਹੀਂ ਹੁੰਦਾ, ਤੁਸੀਂ ਉਹ ਕੰਮ ਬਾਰੇ ਕਹਿ ਸਕਦੇ ਹੋ, ਉਹਨਾਂ ਨੂੰ ਫੜ ਸਕਦੇ ਹੋ, ਉਹਨਾਂ ਦੀ ਜ਼ਿੰਮੇਵਾਰੀ ਤੈਅ ਕਰ ਸਕਦੇ ਹੋ। ਜੇ ਕਿਸ ਤਰ੍ਹਾਂ ਆਪਾਂ ਰਜਿਸਟਰੀ ਕਰਾਈ ਹੈ ਜੀ, ਉਹਦੇ ਸ਼ਾਇਦ 15 ਦਿਨ ਦੇ ਵਿੱਚ ਆਟੋਮੈਟਿਕਲੀ ਇੰਤਕਾਲ ਹੋਣਾ ਹੁੰਦਾ ਹੈਗਾ। ਜੇ ਤੁਹਾਡਾ ਮਹੀਨੇ ਤੋਂ ਵੀ ਜਾਂ 20 ਦਿਨ ਵੀ, ਤੁਸੀਂ ਡਾਇਰੈਕਟ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਡਾਇਰੈਕਟ ਤਹਿਸੀਲਦਾਰ ਨੂੰ ਫੋਨ ਮਾਰੋ ਵੀ ਸਰਵਿਸ ਐਕਟ ਦੇ ਅਧੀਨ ਆਹ ਚੀਜ਼ ਇੰਨੇ ਦਿਨ ਛੁੱਟ ਜੇ, ਸਾਡੀ ਕਿਉਂ ਨਹੀਂ ਹੋਈ। ਹੁਣ ਤੁਸੀਂ ਦੇਖੋ ਜੀ, ਤੁਸੀਂ ਇਹ ਗੱਲ ਕੀਤੀ ਇੰਤਕਾਲ ਵਾਲੀ ਗੱਲ ਜੀ, ਅੱਗੇ ਪੁਰਾਣੇ ਲੋਕਾਂ ਨੇ ਜ਼ਮੀਨਾਂ ਖਰੀਦੀਆਂ ਹੋਈਆਂ ਸੀ ਜੀ, ਇੰਤਕਾਲ 20 ਸਾਲ ਹੋਏ ਨੇ ਜੀ, ਬਿਲਕੁਲ ਠੀਕ ਹੈ ਜੀ, ਤੇ ਮੁੜ ਕੇ ਜਦੋਂ ਜ਼ਮੀਨ ਵੇਚਣੀ ਤੇ ਉਹਦੇ ਵਿੱਚ ਉਹ ਜ਼ਮੀਨ ਉਹਨਾਂ ਦੀ ਹੈ ਹੀ ਨਹੀਂ ਜੀ, ਬਲਕਿ ਉਹ ਪੁਰਾਣੇ ਬਜ਼ੁਰਗਾਂ ਦੇ ਨਾਲ ਖੜੀ ਹੁੰਦੀ ਸੀ ਜੀ, ਕਦੇ ਕਿਉਂਕਿ ਉਹਨੂੰ ਕਰਾਉਣਾ ਕਈ ਵਾਰੀ ਕੋਈ ਸਮਝਦਾ ਨਹੀਂ ਹੈਗਾ ਵੀ ਕਰਾਉਣੀ ਵੀ ਠੀਕ ਆ ਜੀ ਆਪਣੀਆਂ। ਮੈਂ ਬੜੇ ਕੇਸ ਇਦਾਂ ਦੇ ਦੇਖੇ ਜੀ, ਰਜਿਸਟਰੀਆਂ ਤੁਹਾਡੇ ਹੱਥਾਂ 'ਚ ਹੈਗੀਆਂ ਜੀ ਬਿਲਕੁਲ, ਤੇ ਕਾਗਜ਼ਾਂ ਵਿੱਚ ਉਹ ਜ਼ਮੀਨ ਤੁਹਾਡੇ ਨਾਂ ਤੇ ਨਹੀਂ ਹੁੰਦੀ, ਉਹ ਕਿਉਂਕਿ ਆਪਾਂ ਇੰਤਕਾਲ ਨਹੀਂ ਕਰਵਾਇਆ ਹੁੰਦਾ ਸੀ ਜੀ, ਬਿਲਕੁਲ। ਇਸ ਕਰਕੇ ਉਂਝ ਕਾਨੂੰਨ ਨੇ ਇੱਕ ਚੰਗਾ ਕੀਤਾ ਕਿ ਇੰਤਕਾਲ ਆਟੋਮੈਟਿਕਲੀ ਹੀ ਹੋਣਾ ਜੀ, ਬਿਲਕੁਲ ਹੋਣਾ ਹੀ ਹੋਣਾ। ਇੰਤਕਾਲ ਲਈ ਤੁਹਾਨੂੰ ਪੈਸੇ ਵੱਖਰੇ ਦੇਣ ਦੀ ਲੋੜ ਨਹੀਂ, ਤਹਿਸੀਲ ਤੇ ਜਾ ਕੇ ਤਹਿਸੀਲਦਾਰ ਦੇ ਜਾ ਕੇ ਦਫ਼ਤਰ ਵਿੱਚ ਜੁੱਤੀਆਂ ਘਸਾਉਣ ਦੀ ਲੋੜ ਨਹੀਂ, ਉਹਦੀਆਂ ਮਿੰਨਤਾਂ ਕਰਨ ਦੀ ਲੋੜ ਨਹੀਂ ਜੀ। ਦਿਨ ਫਿਕਸ ਹੈਗੇ ਆ, ਬਿਲਕੁਲ, ਉਹ 15 ਦਿਨਾਂ ਦੇ ਵਿੱਚ ਇੰਤਕਾਲ ਹੋਣਾ ਹੀ ਹੋਣਾ। ਜੇ ਨਹੀਂ ਹੋਇਆ
ਤੇ ਤੁਹਾਡੇ ਕੋਲ ਕਾਨੂੰਨ ਦਾ ਹੱਕ ਹੈਗਾ, ਉਹ ਵਰਤਿਆ ਜਾ ਸਕਦਾ। ਬਕਾਇਦਾ ਜੀ ਵੈਬਸਾਈਟ ਹੈਗੀ ਜੀ, ਹੁਣ ਪੰਜਾਬ ਗਵਰਨਮੈਂਟ ਨੇ ਵੈਬਸਾਈਟ ਵੀ ਲਾਂਚ ਕੀਤੀ ਹੋਈ ਆ, ਜਿਹਦੇ ਵਿੱਚ ਪੰਜਾਬ ਲੈਂਡ ਜਿਹੜਾ ਐਕਟ ਹੈਗਾ ਸਾਰਾ ਰਿਕਾਰਡ ਤੁਸੀਂ ਆਪਣੇ ਕੈਨੇਡਾ ਦੇ ਵਿੱਚ ਬੈਠੇ ਵੀ ਆਪਾਂ ਆਪਣੀ ਪ੍ਰਾਪਰਟੀ ਆ ਜਿਹੜੀ ਬਿਲਕੁਲ ਵੇਖ ਸਕਦੇ ਹੋ। ਤੁਹਾਡੇ ਕੋਲ ਨੰਬਰ ਹੋਣਾ ਚਾਹੀਦਾ, ਜਮਾਬੰਦੀ ਨੰਬਰ ਹੋਣਾ ਚਾਹੀਦਾ। ਨਹੀਂ ਜੀ ਬਿਲਕੁਲ ਨਹੀਂ, ਜਮਾਬੰਦੀ ਨੰਬਰ ਨਹੀਂ, ਜੋ ਤੁਹਾਡੇ ਕੋਲ ਤਹਿਸੀਲ, ਅੱਗੇ ਤੁਹਾਡਾ ਪਿੰਡ, ਅੱਗੇ ਤੁਹਾਡਾ ਨਾਮ, ਉਸ ਨਾਮ ਦੇ ਜਿੰਨੇ ਬੰਦੇ ਆ ਜਾਣਗੇ, ਤੁਹਾਡਾ ਸਨ ਨੇਮ, ਤੁਸੀਂ ਫਾਦਰ ਨੇਮ ਚੂਜ਼ ਕਰ ਸਕਦੇ ਹੋ। ਹਰ ਚੀਜ਼ ਅਵੇਲੇਬਲ ਹੈਗੀ। ਜੀ ਅਵੇਅਰਨੈਸ ਬਹੁਤ, ਜਾਗਰੂਕਤਾ ਬੜੀ ਹੋਣੀ ਚਾਹੀਦੀ, ਬਹੁਤ ਹੋਣੀ ਚਾਹੀਦੀ ਹੈ। ਜੇ ਅਸੀਂ ਜਾਗਰੂਕ ਨਹੀਂ ਆ ਤੇ ਫਿਰ ਭਾਈ ਜਿੱਦਾਂ ਪਿਛਲੇ ਸਮੇਂ ਤੋਂ 40-50 ਸਾਲਾਂ ਤੋਂ ਜਾਂ 17 ਸਾਲਾਂ ਤੋਂ ਚੱਲਿਆ ਆ ਰਿਹਾ, ਉਂਝ ਹੀ ਚੱਲੀ ਜਾਣਾ। ਇੱਥੇ ਬੈਠੇ ਫਿਰ ਅਸੀਂ ਸਵਾਏ ਗੱਲਾਂ ਕਰਨ ਤੋਂ ਕੁਝ ਨਹੀਂ ਕਰ ਪਾਵਾਂਗੇ। ਜੇ ਅਸੀਂ ਚਾਹੁੰਦੇ ਆ ਕਿ ਸਾਡੀਆਂ ਜਿਹੜੀਆਂ ਜ਼ਮੀਨਾਂ, ਜਾਇਦਾਦਾਂ, ਮਕਾਨ, ਦੁਕਾਨ, ਪਲਾਟ ਜਾਂ ਹੋਰ ਕਾਰੋਬਾਰ ਜਿਹੜੇ ਉੱਥੇ ਹੈਗੇ ਆ, ਜਿਨ੍ਹਾਂ ਬਾਰੇ ਸਾਨੂੰ ਝੋਰਾ ਕਿ ਅਸੀਂ ਖੂਨ ਪਸੀਨੇ ਦੀ ਕਮਾਈ ਨਾਲ ਬਣਾਏ ਆ ਤੇ ਇਹ ਸਾਡੇ ਹੀ ਰਹਿਣੇ ਚਾਹੀਦੇ ਆ, ਫਿਰ ਸਾਨੂੰ ਜਾਗਰੂਕ ਹੋਣਾ ਪਊਗਾ। ਜੀ ਬਿਲਕੁਲ, ਆਪਾਂ ਗੱਲ ਕਰ ਰਹੇ ਸੀ ਇਹਦੇ ਡਿਪਾਰਟਮੈਂਟਸ, ਜਿਸ ਤਰ੍ਹਾਂ ਵੀ ਮੁਲਾਜ਼ਮਾਂ ਦੀ ਘਾਟ ਹੈਗੀ ਆ। ਦੇਖੋ ਅੱਜ ਦੀ ਡੇਟ ਦੇ ਵਿੱਚ ਕੋਈ ਪੋਲੀਟੀਕਲ ਬੰਦੇ ਦੀ ਪੋਸਟ ਖਾਲੀ ਹੋ ਜਾਂਦੀ, ਕੋਈ ਲੀਡਰ ਅਸਤੀਫਾ ਦੇਗਾ ਜਾਂ ਕਿਸੇ ਲੀਡਰ ਦੀ ਡੈਥ ਹੋ ਗਈ, ਉਹ ਵਿਦਿਨ 6 ਮੰਥ ਜੀ ਉਹਨੂੰ ਭਰਿਆ ਜਾਂਦਾ ਹੈਗਾ। ਜਿਹੜੀਆਂ ਪਬਲਿਕ ਸਹੂਲਤਾਂ ਨੇ, ਪਬਲਿਕ ਦੇ ਜਿੱਥੇ ਡੀਲਿੰਗ ਹੈਗੀ ਆ, ਉਹ ਪੋਸਟਾਂ ਕਦੇ ਨਹੀਂ ਭਰੀਆਂ ਜਾਂਦੀਆਂ। ਲੋਅਰ ਲੈਵਲ ਦੀਆਂ ਤਾਂ ਪੋਸਟਾਂ ਕਿਤੇ ਨਹੀਂ ਭਰੀਆਂ ਜਾ ਰਹੀਆਂ। ਸਕੂਲਾਂ 'ਚ ਟੀਚਰ ਹੈ ਨਹੀਂ, ਟੀਚਰ ਨਹੀਂ ਜੀ, ਡਿਪਾਰਟਮੈਂਟ ਹੈ ਨਹੀਂ, ਬਿਲਕੁਲ ਬਿਜਲੀ ਮਹਿਕਮੇ 'ਚ ਮੁਲਾਜ਼ਮ ਵਾਲੇ ਹੈ ਨਹੀਂ, ਪਟਵਾਰੀ ਹੈ ਨਹੀਂ, ਸੈਕਟਰੀ ਹੈ ਨਹੀਂ। ਹਾਂਜੀ, ਸੋਸਾਇਟੀ ਬੜਾ ਕੁਛ ਹੈਗਾ ਜੀ, ਸੋਸਾਇਟੀਆਂ ਦੇ ਵਿੱਚ ਵੀ ਹੈ। ਇਹ ਸਾਰੀਆਂ ਚੀਜ਼ਾਂ ਜੀ ਆਪਾਂ ਜਿਹੜੇ ਆਪਾਂ ਲੀਡਰਾਂ ਨੂੰ ਚੁਣਦੇ ਆ ਨਾ ਜੀ, ਉਹਨਾਂ ਦੇ ਉੱਤੇ ਆਪਾਂ ਨੂੰ ਜ਼ਰੂਰ ਤਿੱਖੇ ਸਵਾਲ ਕਰਨੇ ਚਾਹੀਦੇ ਨੇ ਵੀ ਇਹ ਤੁਸੀਂ ਦੱਸੋ ਕਦੋਂ ਭਰੋਗੇ। ਕਿਹਾ ਜਾਂਦਾ ਹਰ ਇੱਕ ਵਾਰੀ ਅਸੀਂ ਇੰਨੇ ਨੌਕਰੀਆਂ, ਜਿਵੇਂ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਵੀ 2 ਕਰੋੜ ਨੌਕਰੀਆਂ ਹਰ ਇੱਕ ਸਾਲ ਦੇਵਾਂਗੇ। ਦੇਖੋ ਮਿਲੀਆਂ ਤਾਂ ਹੈ ਨਹੀਂ ਕਿਸੇ ਨੂੰ, ਬਟ ਜਦੋਂ ਵੋਟਾਂ ਪਾਉਣ ਵੇਲੇ ਆਪਾਂ ਨੂੰ ਜ਼ਰੂਰ ਲੀਡਰਾਂ ਨੂੰ ਪੁੱਛਣਾ ਚਾਹੀਦਾ ਵੀ ਸਾਡੇ ਏਰੀਆ ਦੇ ਵਿੱਚ ਆਹ ਡਿਪਾਰਟਮੈਂਟ 'ਚ ਇੰਨੇ ਬੰਦੇ ਦੀ ਘਾਟ ਆ, ਦੱਸੋ ਕਿਉਂ ਨਹੀਂ ਪੂਰੀ ਕਰਦੇ। ਕੌਸ਼ਿਕ ਸਾਹਿਬ ਤੁਸੀਂ ਭੋਲੀਆਂ ਗੱਲਾਂ ਕਰਦੇ ਹੋ ਜੀ। ਉਦੋਂ ਤਾਂ ਵੋਟਾਂ ਪੈਣੀਆਂ ਹੁੰਦੀਆਂ ਜੀ, ਉਦੋਂ ਤਾਂ ਵੋਟਾਂ ਅਸੀਂ ਅਗਲਾ ਆ ਗਿਆ, ਜਦੋਂ ਅਸੀਂ ਕਹਿੰਦੇ ਆ ਹੀ ਗਿਆ ਯਾਰ, ਕੋਈ ਗੱਲ ਨਹੀਂ, ਨੀਵਾਂ ਹੋ ਕੇ ਆ ਗਿਆ, ਪਾ ਦਿਓ ਉਹਦੇ ਗੱਲ 'ਚ ਹਾਰ। ਇੱਕ ਆਪਣੇ ਬਾਹਰਲੇ ਬੰਦੇ ਨੂੰ ਇਹ ਵੀ ਸੋਚਣਾ ਚਾਹੀਦਾ ਜੀ, ਆਪਾਂ ਇਹ ਵੀ ਮੈਸੇਜ ਦੇਣਾ ਚਾਹਾਂਗੇ ਵੀ ਜਿਹੜੇ ਬਾਹਰਲੇ ਬੈਠੇ ਬੰਦੇ ਨੇ, ਉਹ ਦੂਜੇ ਦੇ ਕਹਿਣ ਤੇ ਇੰਡੀਆ ਵਾਲੇ ਬੰਦਿਆਂ ਨੂੰ ਇਹ ਨਾ ਕਿਹਾ ਕਰੋ ਯਾਰ ਪਾ ਦੇ, ਕੋਈ ਗੱਲ ਨਹੀਂ, ਆਪਣਾ ਹੀ ਬੰਦਾ ਹੈ। ਅਸੀਂ ਜ਼ੋਰ ਪਾਉਂਦੇ ਜੀ, ਕਿਉਂਕਿ ਆਪਣੇ ਜ਼ੋਰ ਤੇ ਆਪਣੇ ਅਸੀਂ ਇਹ ਵੀ ਕਹਿੰਦੇ ਨੇ ਕੋਈ ਗੱਲ ਨਹੀਂ, ਪੈਸੇ ਅਸੀਂ ਭੇਜ ਦਿਆਂਗੇ, ਇਹ ਕਿਹੜੀ ਗੱਲ ਆ, ਐਤਕੀ ਚੱਕ ਦਿਓ ਫੱਟੇ ਜੀ। ਇਦਾਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਬਿਲਕੁਲ ਜੀ, ਲੀਡਰਾਂ ਨੂੰ ਸਵਾਲ ਹੋਣੇ ਚਾਹੀਦੇ। ਨਹੀਂ, ਸਵਾਲ ਵੀ ਨਹੀਂ ਸਾਡੇ ਲੋਕਾਂ ਨੇ ਕਰਨੇ ਜੀ। ਮੈਂ ਤਰੀਕਾ ਤੁਹਾਨੂੰ ਦੱਸਦਾ, ਜਿਹੜਾ ਤਰੀਕਾ ਤੁਸੀਂ ਅਪਣਾਇਆ ਹੋਇਆ ਅਸਲ 'ਚ ਉਹ ਹੋਣਾ ਚਾਹੀਦਾ ਜੀ। ਬਿਲਕੁਲ, ਫਾਰ ਐਗਜ਼ਾਮਪਲ ਕਿਸੇ ਸੁਸਾਇਟੀ ਦੇ ਵਿੱਚ ਸੈਕਟਰੀ ਹੈ ਨਹੀਂ ਜੀ, ਪੰਜ ਸੁਸਾਇਟੀਆਂ ਉਹਨੂੰ ਮਿਲੀਆਂ ਸੀਗੀਆਂ, ਸੈਕਟਰੀ ਹੁਣ ਹੈ ਹੀ ਨਹੀਂ, 5 'ਚ ਹੀ ਹੈ ਜੀ। ਤੁਸੀਂ ਕਿਉਂ ਨਹੀਂ RTI ਪਾਉਂਦੇ ਜੀ? ਬਿਲਕੁਲ, ਤੁਸੀਂ ਕਿਉਂ ਨਹੀਂ ਉਹਦੇ ਤੇ ਟਵਿੱਟਰ ਹੈਂਡਲ ਤੇ ਇਹ ਗੱਲ ਪਾਉਂਦੇ ਕਿ ਭਾਈ ਦੱਸੋ ਇਹ ਪੰਚਾਇਤ ਸੈਕਟਰੀ ਇੱਥੇ ਹੈ ਨਹੀਂ ਜੀ, ਜਾਂ ਇਹ ਕੋਆਪਰੇਟਿਵ ਸੁਸਾਇਟੀਆਂ ਦਾ ਸੈਕਟਰੀ ਇੱਥੇ ਹੈ ਨਹੀਂ, ਜਾਂ ਇੱਥੇ ਟੀਚਰ ਹੈ ਨਹੀਂ, ਜਾਂ ਇੱਥੇ ਡਾਕਟਰ ਹੈ ਨਹੀਂ, ਨਰਸ ਹੈ ਨਹੀਂ ਜੀ। ਕਿਉਂ ਨਹੀਂ ਪਾਉਂਦੇ? ਜੀ ਬਿਲਕੁਲ। ਜੇ ਤੁਸੀਂ ਕਹੋ ਜੀ MLA ਨੂੰ ਆਏ ਨੂੰ ਘੇਰ ਲਾਂਗੇ, ਉਦੋਂ ਤੋਂ ਕਹਿ ਦੂਗਾ ਜੀ ਮੈਂ ਤੁਹਾਡਾ ਏਰੀਆ ਸਵਰਗ 'ਚ ਬਣਾ ਦੇਣਾ, ਆ ਫਲਾਨੀ ਪਾਰਟੀ ਵਾਲੇ ਨਹੀਂ ਬਣਾਉਣ ਦਿੰਦੇ ਜੀ। ਉਹਨਾਂ ਕੋਲ ਤਾਂ ਬਹਾਨਾ ਹੈਗਾ ਜੀ, ਕੜਾ ਬਹਾਨਾ ਹੈਗਾ ਜੀ। ਜਾਂ ਉਹਨਾਂ ਨੇ ਕਹਿਣਾ ਵੀ ਇਸ ਵਾਰੀ ਮੈਨੂੰ ਬਣਾਓ, ਮੈਨੂੰ ਮੌਕਾ ਦਿਓ, ਪਿਛਲੇ ਨੇ ਕੀਤਾ ਮੈਂ ਕਰਕੇ ਦਿਖਾਉਂਗਾ, ਉਦੋਂ ਬਾਅਦ ਉਹਨੇ ਭੁੱਲ ਜਾਣਾ ਜੀ। ਬਿਲਕੁਲ ਠੀਕ ਹੈ ਜੀ। ਉਸ 'ਚ ਭੁੱਲ ਕਦੋਂ ਜਾਂਦਾ? ਭੁੱਲ ਉਦੋਂ ਜਾਂਦਾ ਜੀ ਜਦੋਂ ਅਸੀਂ ਹਾਰ ਉਹਦੇ ਗੱਲ 'ਚ ਪਾ ਕੇ ਉਹਨੂੰ ਦਿਸਣਾ ਬੰਦ ਕਰ ਦਿੰਦੇ ਜੀ। ਜਦੋਂ ਤੁਸੀਂ ਉਦੋਂ ਨਹੀਂ ਦਿਸਦਾ, ਉਹਨਾਂ ਬਾਅਦ 'ਚ ਵੀ ਕੀ ਦੇਖਣਾ। ਇੱਕ ਹੋਰ ਦੱਸਦਾ ਜੀ, ਜਿਸ ਤਰ੍ਹਾਂ ਹੁਣ ਗਵਰਨਮੈਂਟ ਦੇ ਵਿੱਚ ਜਿਹੜੀਆਂ ਪੋਸਟਾਂ ਉੱਥੇ ਨਿਕਲਦੀਆਂ ਰਹਿੰਦੀਆਂ ਨੇ ਜੀ, ਹਰ ਇੱਕ ਡਿਪਾਰਟਮੈਂਟ 'ਚ ਪੋਸਟਾਂ ਨਿਕਲਦੀਆਂ ਨੇ। ਦੇਖੋ ਇੱਕ ਲੋਕਾਂ ਨੂੰ ਅਵੇਅਰਨੈਸ ਨਹੀਂ ਹੈਗੀ, ਇਹ ਸਵਾਲ ਨਹੀਂ ਕਰਦੇ। ਕਰੋੜਾਂ ਅਰਬਾਂ ਰੁਪਈਆ ਜਿਹੜਾ ਜੀ ਉੱਥੇ ਉਹ ਫਾਰਮ ਦੇ ਨਾਂ ਦੇ ਉੱਤੇ ਜਾਂ 1500 ਫੀਸ ਜਾਂ 1000 ਫੀਸ ਹੈ ਪੋਸਟ ਆਰਡਰ ਜਾਂ ਡਰਾਫਟ ਦੇ ਨਾਂ ਦੇ ਉੱਤੇ ਇਕੱਠਾ ਕੀਤਾ ਜਾਂਦਾ। ਕੀ ਉਹ ਭਾਰਤ ਦੇ ਲੋਕ ਨਹੀਂ ਹੈ ਜਾਂ ਪੰਜਾਬ ਦੇ ਲੋਕ ਨਹੀਂ ਹੈਗੇ ਜੀ ਜਿਨ੍ਹਾਂ ਨੂੰ ਜੌਬ ਚਾਹੀਦੀ ਹੈ? ਵੀ ਉਹ ਤੁਸੀਂ ਪੋਸਟਾਂ ਕੱਢੀਆਂ, ਗਵਰਨਮੈਂਟ ਨੇ ਕੱਢੀਆਂ ਨੇ, ਤਾਂ ਗਵਰਨਮੈਂਟ ਨੂੰ ਇਹ ਫ੍ਰੀ ਹੋਣਾ ਚਾਹੀਦਾ ਜੀ, ਵੀ ਤੁਸੀਂ ਫਾਰਮ ਫਿਲ ਕਰੋ, ਆਪਣੇ ਸਰਟੀਫਿਕੇਟ ਲਗਾਓ। ਚਲੋ ਜੀ, ਬਿਲਕੁਲ ਹੋ ਸਕਦਾ ਜੇ ਜਾਗਰੂਕਤਾ ਹੋਵੇ। ਜੀ ਬਿਲਕੁਲ ਠੀਕ ਹੈ ਜੀ, ਜਾਗਰੂਕ ਹੋਣਾ ਚਾਹੀਦਾ ਜੀ। ਸਾਡੇ ਵੱਲੋਂ ਹੋਕਾ ਜੀ ਅੱਜ ਵੀ ਹੈ, ਅਸੀਂ ਕੱਲ ਨੂੰ ਵੀ ਦਿਆਂਗੇ, ਪਹਿਲਾਂ ਵੀ ਕਰਦੇ ਰਹੇ ਹਾਂ। ਲਖਵਿੰਦਰ ਜੀ ਤੁਸੀਂ ਆਏ ਹੋ, ਸਮਾਂ ਕੱਢਿਆ ਔਰ ਬੜੀ ਖੂਬਸੂਰਤ ਗੱਲਬਾਤ ਕੀਤੀ, ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ।